श्री नानक परशोत्तम परम परावर नाथ। युगल चरण मम बंदना, तर पर तर कर माथ। गुरु नानक पाद पंकज बंदन, पाद पंकज बंदन। सिमरो अंगद दोख निकंदन। अमरदास गुर हृदय त्यावो, हृदय त्यावो। श्री गुरु रामदास गुण गावो। गुरु अर्जन बिगनन के नासक, बिगनन के नासक। श्री गुरु हर गोबिंद शुभ सुमत प्रकाशक। गुरु हर राय नमोकार जोरी, नमोकार जोरी। श्री हर कृष्ण मनाए बहोरी। तेग बहादुर परम किरपाला, परम किरपाला। श्री गुरु गोबिंद सिंह बिसाला। धरों तरा पर पुन पुन सीसा, पुन पुन सीसा। बंदों बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहे गुरु जी की फतेह बिघ्न विनाशन सोए। वाहे गुरु जी की फतेह बिघ्न विनाशन सोए। सतनाम श्री वाहिगुरु साहिब जी। श्री राग महल पहला। जाल मोह घस मस कर, मत कागद कर सार। भाव कलम कर चित लिखारी, गुर पुछ लिख विचार। जाल मोह घस मस कर, मत कागद कर सार। वाहिगुरु जी का खालसा, वाहिगुरु जी की फतेह। सच्चे पातशाह दीना बंधु किरपा दे सागर जागदी जोत धन साहिब श्री गुरु ग्रंथ साहिब जी महाराज सतगुरु जी की अपार बख्शिश सदका सतसंगत का इस भाग समा सवासां दे सफल करन नूं आपां नूं प्राप्त होया है। महाराज जी के पवित्र इतिहास की लड़ीवार कथा
ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਿਤਾ ਜੀ ਨੇ ਜਿਸ ਵਕਤ ਮਨ ਦੇ ਅੰਦਰ ਵਿਚਾਰਿਆ ਕਿ ਸਤਿਗੁਰੂ ਜੀ ਦੀ ਆਜੂ ਪੜ੍ਹਨ ਦੇ ਯੋਗ ਹੋ ਗਈ ਹੈ, ਆਪਣੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਪਾਂਧਾ ਜੀ ਦੇ ਪਾਸ ਆਏ ਹੈ। ਪਾਂਧਾ ਜੀ ਦੇ ਕੋਲ ਪਾਠਸ਼ਾਲਾ ਵਿੱਚ ਬੈਠੇ ਹੈ। ਬਹੁਤ ਬਾਲਕਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਵੀ ਪਹਿਲੇ ਦਿਨ ਪੜ੍ਹੇ ਹਨ। ਪਿਤਾ ਜੀ ਬਿਠਾ ਕਰਕੇ ਗਏ, ਇਸ ਕਰਕੇ ਇਹ ਮਾਣ ਰੱਖਿਆ। ਦੂਸਰੇ ਦਿਨ ਜਦੋਂ ਸਤਿਗੁਰੂ ਜੀ ਆਏ ਹੈ, ਪਾਂਧਾ ਜੀ ਨੇ ਮਹਾਰਾਜ ਨੂੰ ਬਾਕੀ ਬਾਲਕਾਂ ਨਾਲੋਂ ਵੱਖਰਾ ਕਰ ਲਿਆ, ਕਿਉਂਕਿ ਤੇਜਸਵੀ ਚਿਹਰਾ ਵੇਖ ਕਰਕੇ, ਬੜੀ ਤੀਖਣ ਬੁੱਧੀ ਵੇਖ ਕਰਕੇ ਪਾਂਧਾ ਜੀ ਨੇ ਅਨੁਮਾਨ ਲਾਇਆ ਕਿ ਬੜੀ ਜਲਦੀ ਪੜ੍ਹ ਜਾਣਗੇ ਅਤੇ ਬਾਬਾ ਕਾਲੂ ਜੀ ਦੀ ਬੜੀ ਪ੍ਰਸੰਨਤਾ ਹੋਵੇਗੀ। ਜਦੋਂ ਬਾਲਕਾਂ ਨਾਲੋਂ ਜੁਦੇ ਕਰਕੇ ਮਹਾਰਾਜ ਜੀ ਨੂੰ ਲੇਖੇ ਦੀ ਸਿੱਖਿਆ ਪੜ੍ਹਾਉਣ ਲੱਗੇ ਪਾਂਧਾ ਜੀ, ਕਵੀਰਾਜ ਜੀ ਨੇ ਪ੍ਰਮਾਣ ਦਿੱਤਾ ਕਿ ਉਹਨਾਂ ਸਤਿਗੁਰਾਂ ਜੀ ਨੂੰ ਸੰਖਿਆ ਸਿਖਾਉਣ ਲੱਗੇ ਜਿਹੜੇ ਸੰਖਿਆ ਤੋਂ ਹੀ ਅਸੰਖ ਹਨ, ਜਿਨ੍ਹਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਉਹਨਾਂ ਨੂੰ ਗਿਣਤੀ ਪਾਂਧਾ ਜੀ ਸਿਖਾਉਣ ਲੱਗੇ। ਸਤਿਗੁਰੂ ਜੀ ਨੇ ਚੁੱਪ ਧਾਰ ਲਈ। ਪਾਂਧਾ ਜੀ ਨੇ ਬੜੀਆਂ ਤਾੜਨਾ ਕੀਤੀਆਂ। ਮਹਾਰਾਜ ਨੇ ਫਿਰ ਪੁੱਛਿਆ ਕਿ ਪਾਂਧਾ ਜੀ ਤੁਸੀਂ ਕੀ ਵਿੱਦਿਆ ਜਾਣਦੇ ਹੋ? ਪਾਂਧਾ ਜੀ ਨੇ ਦੱਸਿਆ ਕਿ ਮੈਂ ਸਾਰੀ ਗਿਣਤੀ ਜਾਣਦਾ, ਜੋ ਇਮਾਰਤੀ ਵਿੱਦਿਆ ਉਹ ਵੀ ਸਾਰੀ ਜਾਣਦਾ। ਤੁਹਾਡਾ ਪਟਵਾਰ ਦਾ ਕੰਮ ਜਿਸ ਵਿੱਦਿਆ ਅਨੁਸਾਰ ਹੈ ਉਹ ਵੀ ਸਾਰੀ ਵਿੱਦਿਆ ਮੈਂ ਮਿਣਤੀ ਦੀ ਜਾਣਦਾ। ਮਹਾਰਾਜ ਨੇ ਕਿਹਾ ਪਾਂਧਾ ਜੀ ਕੀ ਇਹ ਵਿੱਦਿਆ ਪਰਲੋਕ ਵਿੱਚ ਜਮਾਂ ਦੀ ਮਾਰ ਤੋਂ ਬਚਾ ਸਕਦੀ ਹੈ? ਜਦੋਂ ਹਜ਼ੂਰ ਨੇ ਇਹ ਵਾਕ ਕਿਹਾ ਤਾਂ ਪਾਂਧਾ ਜੀ ਸੁੰਨ ਹੋ ਗਏ, ਹੈਰਾਨ ਹੋ ਗਏ ਕਿ ਐਡਾ ਵੱਡਾ ਬਚਨ। ਕਹਿਣ ਲੱਗੇ ਮੈਂ ਇਹ ਗੱਲ ਨਹੀਂ ਕਹਿ ਸਕਦਾ, ਪਰਲੋਕ ਵਿੱਚ ਇਹ ਜਮਾਂ ਦੀ ਮਾਰ ਤੋਂ ਕਿਵੇਂ ਬਚਾ ਸਕਦੀ ਹੈ? ਸਤਿਗੁਰੂ ਜੀ ਕਹਿੰਦੇ ਫਿਰ ਇਸ ਵਿੱਦਿਆ ਦੇ ਪੜ੍ਹਨ ਨਾਲ ਕੀ ਲਾਭ ਹੈ? ਅਸੀਂ ਐਸੀ ਵਿੱਦਿਆ ਤੁਹਾਨੂੰ ਦੱਸਦੇ ਹਾਂ ਜਿਸ ਦੇ ਪੜ੍ਹਨ ਨਾਲ ਲੋਕ ਵੀ ਸੁਖੀ ਹੋ ਜਾਂਦਾ ਹੈ ਅਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਉੱਥੇ ਜਮਾਂ ਦੀ ਮਾਰ ਨਹੀਂ ਖਾਣੀ ਪੈਂਦੀ। ਭਾਗ ਜਾਗੇ ਪਾਂਧਾ ਜੀ ਦੇ ਹੱਥ ਜੋੜ ਕੇ ਸਤਿਗੁਰਾਂ ਜੀ ਤੋਂ ਪੁੱਛਿਆ ਕਿ ਉਹ ਕਿਹੜੀ ਵਿੱਦਿਆ ਹੈ, ਉਹ ਕਿਹੜਾ ਲੇਖਾ ਏ ਜਿਸ ਦੇ ਲਿਖਣੇ ਕਰਕੇ, ਜਿਸ ਵਿੱਦਿਆ ਦੇ ਪੜ੍ਹਨੇ ਕਰਕੇ ਪਰਲੋਕ ਵਿੱਚ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ ਹੈ। ਜਦੋਂ ਪਾਂਧਾ ਜੀ ਨੇ ਪੁੱਛਿਆ ਏ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧਾ ਜੀ ਦੀ ਕਲਿਆਣ ਵਾਸਤੇ ਮਹਾਰਾਜ ਨੇ ਸ਼੍ਰੀ ਰਾਗ ਵਿੱਚ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਹਜ਼ੂਰ ਜਿਵੇਂ ਬਖਸ਼ਿਸ਼ ਕਰਦੇ ਹੈ, ਆਪ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲ ਪਹਿਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਰਾਗ ਦੇ ਅੰਦਰ ਗਰੀਬ ਨਵਾਜ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਾਲ ਮੋਹ ਘਸ ਮਸ ਕਰ। ਸੱਚੇ ਪਾਤਸ਼ਾਹ ਜੀ ਐਸੀ ਵਿੱਦਿਆ ਦੱਸਣ ਲੱਗੇ ਹੈ ਜਿਸ ਵਿੱਦਿਆ ਦੇ ਪੜ੍ਹਨੇ ਕਰਕੇ, ਜਿਸ ਵਿੱਦਿਆ ਦੇ ਲਿਖਣੇ ਕਰਕੇ ਪਰਲੋਕ ਵਿੱਚ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ ਹੈ, ਉਜਲਾ ਮੁਖ ਲੈ ਕਰਕੇ ਜਾਈਦਾ ਹੈ। ਇਹ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ ਹੈ। ਹੁਣ ਇਹਦੇ ਵਿੱਚ ਹਜ਼ੂਰ ਨੇ
ਪਾਂਧਾ ਜੀ ਨੂੰ ਸਿਆਹੀ ਕਿਹੜੀ ਬਣਾਉਣੀ ਹੈ ਉਹ ਮਹਾਰਾਜ ਜੀ ਨੇ ਦੱਸਿਆ ਹੈ। ਕਲਮ ਕਿਹੜੀ ਹੋਵੇ, ਕਾਗਜ਼ ਕਿਹੜਾ ਹੋਵੇ, ਤੇ ਫਿਰ ਉਸ ਕਾਗਜ਼ ਦੇ ਉੱਤੇ ਲਿਖਣਾ ਕੀ ਹੈ, ਲਿਖਣ ਵਾਸਤੇ ਲਾਉਣਾ ਕਿਹਨੂੰ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਮਹਾਰਾਜ ਅਗੰਮੀ ਵਿੱਦਿਆ ਜਿਹੜੀ ਬ੍ਰਹਮ ਵਿੱਦਿਆ ਹੈ ਉਹਦੀ ਬਾਬਤ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਿਆ ਦਿੰਦੇ ਆ। ਹਜ਼ੂਰ ਫਰਮਾਉਂਦੇ ਹਨ, ਜਾਲ ਮੋਹ ਘਸ ਮਸ ਕਰ। ਮਸ ਸਿਆਹੀ ਨੂੰ ਕਹਿੰਦੇ ਆ। ਪਹਿਲਿਆਂ ਸਮਿਆਂ ਦੇ ਅੰਦਰ ਜਦੋਂ ਸਿਆਹੀ ਆਦਿਕ ਤਿਆਰ ਕਰਨੀ ਹੁੰਦੀ ਸੀਗੀ ਤੇ ਦੀਵਾ ਬਾਲ ਕਰਕੇ ਉਹਦੇ ਉੱਤੇ ਜਿਹੜਾ ਮਿੱਟੀ ਦਾ ਚੱਪਣ ਹੈ ਉਹ ਲਟਕਾਇਆ ਜਾਂਦਾ ਸੀ ਲਾਟ ਦੇ ਉੱਪਰ, ਤੇ ਦੀਵੇ ਦੀ ਫਿਰ ਕਾਲੀ ਲਾਟ ਦੇ ਨਾਲ ਉਹ ਉਸ ਚੱਪਣ ਦੇ ਅੰਦਰ ਕਾਲਖ ਜਿਹੜੀ ਉਹ ਇਕੱਠੀ ਹੁੰਦੀ ਰਹਿੰਦੀ, ਉਸ ਕਾਲਖ ਦਾ ਫੁੱਲ ਜਿਹਾ ਬਣ ਜਾਂਦਾ। ਫਿਰ ਉਸ ਨੂੰ ਘਸਾ ਕਰਕੇ ਤੇ ਉਹਦੇ ਵਿੱਚ ਗੂੰਦ ਆਦਿਕ ਮਿਲਾ ਕਰਕੇ ਸਿਆਹੀ ਜਿਹੜੀ ਸੀ ਤਿਆਰ ਕੀਤੀ ਜਾਂਦੀ ਸੀਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਹਜ਼ੂਰ ਸਿੱਖਿਆ ਦਿੰਦੇ ਹੈ। ਕਵਿਰਾਜ ਇਸੇ ਸ਼ਬਦ ਦਾ ਕਵਿਤਾ ਰੂਪ ਵਿੱਚ ਟੀਕਾ ਵੀ ਕਰ ਦੇਣਗੇ, ਪਰ ਅੱਖਰੀ ਅਰਥ ਆਪਾਂ ਸਰਵਣ ਕਰੀਏ। ਮਹਾਰਾਜ ਫਰਮਾਉਂਦੇ ਹੈ, ਪਾਂਧਾ ਜੀ ਜਿਹੜਾ ਮੋਹ ਹੈ ਨਾ ਅੰਦਰ, ਇਸ ਨੂੰ ਜਾਲਣਾ ਕਰੋ, ਇਹਨੂੰ ਸਾੜਨਾ ਕਰੋ। ਜਾਲ ਮੋਹ ਘਸ ਮਸ ਕਰ। ਫਿਰ ਅਭਿਆਸ ਰੂਪੀ ਵੱਟੇ ਦੇ ਨਾਲ ਘਸਾਉਣਾ ਕਰੋ, ਤੇ ਫਿਰ ਜਿਹੜੀ ਸ਼ਰਧਾ ਰੂਪੀ ਸਿਆਹੀ ਹੈ ਇਹ ਤੁਹਾਨੂੰ ਪ੍ਰਾਪਤ ਹੋਵੇਗੀ। ਮਤ ਕਾਗਦ ਕਰ ਸਾਰ। ਜਿਹੜੀ ਸ੍ਰੇਸ਼ਟ ਮਤਵ ਹੈ ਇਹਨੂੰ ਕਾਗਜ਼ ਬਣਾਉਣਾ ਕਰੋ, ਕਿਉਂਕਿ ਵਿੱਦਿਆ ਦੀ ਪ੍ਰਾਪਤੀ ਵਾਸਤੇ ਲਿਖੀਦਾ ਹੈ, ਪੜ੍ਹੀਦਾ ਹੈ, ਸਮਝੀਦਾ ਹੈ, ਉਸ ਨੂੰ ਪਕਾ ਕੇ ਧਾਰਨ ਕਰੀਦਾ, ਫਿਰ ਕਮਾਈ ਕਰੀਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਦੇ ਪਿਆਰ ਦੀ ਵਿੱਦਿਆ ਜਿਹੜੀ ਪੜ੍ਹਾਈ ਹੈ ਇਹਦੇ ਪੜ੍ਹਨ ਦੀ ਸਤਿਗੁਰੂ ਜੀ ਸਿੱਖਿਆ ਦਿੰਦੇ ਹੈ। ਇਹ ਸਿਆਹੀ ਵੀ ਅਗੰਮੀ ਹੈ, ਇਹ ਕਲਮ ਵੀ ਵੱਖਰੀ ਹੈ, ਇਹਦਾ ਕਾਗਜ਼ ਵੀ ਵੱਖਰਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸ੍ਰੇਸ਼ਟ ਮਤ ਨੂੰ ਕਾਗਜ਼ ਬਣਾਉਣਾ ਕਰੋ ਪਾਂਧਾ ਜੀ। ਭਾਉ ਕਲਮ ਕਰ ਚਿੱਤ ਲਿਖਾਰੀ। ਫਿਰ ਭਾਉ ਜਿਹੜਾ ਪ੍ਰੇਮ ਹੈ ਇਹ ਪ੍ਰੇਮ ਦੀ ਕਲਮ ਜਿਹੜੀ ਬਣਾਉਣਾ ਕਰੋ। ਭਾਉ ਕਲਮ ਕਰ ਚਿੱਤ ਲਿਖਾਰੀ, ਤੇ ਆਪਣੇ ਚਿੱਤ ਨੂੰ ਲਿਖਾਰੀ ਜਿਹੜਾ ਹੈ ਮਹਾਰਾਜ ਕਹਿੰਦੇ ਭਾਈ ਲਾਉਣਾ ਕਰੋ, ਚਿੱਤ ਲਿਖਾਰੀ ਬਣਾਵੋ। ਗੁਰ ਪੁੱਛ ਲਿਖ ਵਿਚਾਰ। ਗੁਰੂ ਸਾਹਿਬ ਜੀ ਨੂੰ ਪੁੱਛ ਕਰਕੇ ਫਿਰ ਜਿਹੜੀ ਵਿਚਾਰ ਹੈ ਨਾ ਸੱਤ ਤੇ ਅਸੱਤ ਦੀ। ਸੱਚ ਕੀ ਹੈ? ਵਾਹਿਗੁਰੂ ਦਾ ਨਾਮ। ਅਸੱਤ ਝੂਠ ਕੀ ਹੈ? ਸੰਸਾਰ। ਇਹ ਵਿਚਾਰ ਜਿਹੜੀ ਸੁਭ ਹੈ ਨਾ ਇਹ ਫਿਰ ਮਹਾਰਾਜ ਕਹਿੰਦੇ ਗੁਰੂ ਜੀ ਨੂੰ ਪੁੱਛ ਕੇ ਕਿ ਸੱਚ ਕੀ ਹੈ, ਝੂਠ ਕੀ ਹੈ, ਇਹਦਾ ਨਿਰਣਾ ਕਰਕੇ ਸੁਭ ਵਿਚਾਰ ਜਿਹੜੀ ਹੈ ਉਹ ਆਪਣੀ ਸ੍ਰੇਸ਼ਟ ਮਤ ਰੂਪੀ ਕਾਗਜ਼ ਦੇ ਉੱਪਰ ਪ੍ਰੇਮ ਰੂਪੀ ਕਲਮ ਦੇ ਨਾਲ ਚਿੱਤ ਨੂੰ ਲਿਖਾਰੀ ਲਾ ਕਰਕੇ ਲਿਖਣਾ ਕਰੋ। ਲਿਖ ਨਾਮ ਸਾਲਾਹ ਲਿਖ। ਲਿਖੋ ਇਸ ਮਤ ਰੂਪੀ ਕਾਗਜ਼ ਦੇ ਉੱਤੇ ਨਾਮ ਲਿਖੋ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਲਿਖ ਲਵੋ। ਲਿਖ ਨਾਮ ਸਾਲਾਹ ਲਿਖ। ਫਿਰ ਵਾਹਿਗੁਰੂ ਦੀ ਸਿਫਤ ਸਲਾਹ ਜਿਹੜੀ ਆ ਉਹ ਲਿਖਣਾ ਕਰੋ। ਲਿਖ ਅੰਤ ਨਾ ਪਾਰਾਵਾਰ। ਜਿਸ ਵਾਹਿਗੁਰੂ ਦਾ ਕੋਈ ਅੰਤ ਪਾਰਾਵਾਰ ਨਹੀਂ ਆਉਂਦਾ, ਕੋਈ ਸਿਰਾ ਨਹੀਂ ਲੱਭਿਆ ਜਾ ਸਕਦਾ। ਪ੍ਰਕਿਰਤੀ ਸਾਰੀ ਉਰੇ ਹੈ, ਉਹ ਪ੍ਰਕਿਰਤੀ ਤੋਂ ਵੀ ਪਰੇ ਹੈ, ਉਹ ਇੰਦਰੀਆਂ ਤੋਂ ਵੀ ਪਰੇ ਹੈ, ਉਹ ਮਨ ਦੀ ਪਹੁੰਚ ਤੋਂ ਵੀ ਪਰੇ ਹੈ। ਅਸ਼ੁੱਧ ਮਨ ਕਰਕੇ ਨਹੀਂ ਜਾਣਿਆ ਜਾਂਦਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਦਾ ਕੋਈ ਅੰਤ ਪਾਰਾਵਾਰ ਨਹੀਂ ਆਉਂਦਾ ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਆਪਣੇ ਮਤ ਰੂਪੀ ਕਾਗਜ਼ ਦੇ ਉੱਤੇ ਪਾਂਧਾ ਜੀ ਲਿਖਣਾ ਕਰੋ। ਇਹ ਵਿੱਦਿਆ ਪੜ੍ਹਨਾ ਕਰੋ। ਬਾਬਾ ਇਹੋ ਲੇਖਾ ਲਿਖ ਜਾਣ। ਬਾਬਾ ਹੈ ਪੂਜਨੀਕ, ਹੈ ਸਤਿਕਾਰਯੋਗ ਪਾਂਧਾ ਜੀ, ਇਹੋ ਜਿਹਾ ਲੇਖਾ ਲਿਖਣਾ ਜਿਹੜਾ ਨਾ, ਇਹੋ ਜਿਹੀ ਵਿੱਦਿਆ ਦੇ ਪੜ੍ਹਨ ਦਾ ਤਰੀਕਾ ਜਿਹੜਾ ਹੈ ਨਾ ਉਹ ਸਿੱਖਣਾ ਕਰੋ। ਇਹ ਵਿੱਦਿਆ ਨੂੰ ਪੜ੍ਹਨਾ ਕਰੋ। ਇਹੋ ਜਿਹਾ ਲੇਖਾ ਲਿਖਣਾ ਜਿਹੜਾ ਹੈ ਉਹ ਜਾਣਨਾ ਕਰੋ। ਜਿੱਥੈ ਲੇਖਾ ਮੰਗੀਐ। ਜਿੱਥੇ ਫਿਰ ਲੇਖਾ ਮੰਗਿਆ ਜਾਂਦਾ ਹੈ, ਪਰਲੋਕ ਦੇ ਵਿੱਚ ਜੀਵ ਕੋਲੋਂ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ ਕਿ ਤੂੰ ਸੰਸਾਰ ਵਿੱਚ ਨਾਮ ਦੇ ਜਪਣ ਲਈ ਗਿਆ ਸੈਂ,
ਪਰ ਕੀ ਤੂੰ ਉੱਥੇ ਪਾਪ ਕਰਮ ਕੀਤੇ ਐ, ਬੁਰੇ ਕਰਮ ਕੀਤੇ ਐ। ਇੱਥੇ ਜੀਵ ਭਾਵੇਂ ਨਹੀਂ ਸੋਚਦੇ, ਮਾਇਆ ਦੀ ਪਕੜ ਵਿੱਚ ਫਸੇ ਹੋਏ ਸੰਸਾਰ ਨੂੰ ਹੀ ਸਭ ਕੁਝ ਸਮਝਦੇ ਐ, ਪਰ ਮਹਾਰਾਜ ਕਹਿੰਦੇ ਜਿੱਥੇ ਫਿਰ ਲੇਖਾ ਮੰਗਿਆ ਜਾਂਦਾ ਏ, ਤਿੱਥੈ ਹੋਏ ਸੱਚਾ ਨੀਸਾਨ। ਉੱਥੇ ਆ ਸੰਸਾਰ ਦੀ ਵਿੱਦਿਆ ਨਹੀਂ ਫਿਰ ਕੰਮ ਆਉਂਦੀ। ਉੱਥੇ ਤਾਂ ਇਹ ਵਿੱਦਿਆ ਜਿਹੜੀ ਹੈ ਨਾ, ਸੱਚਾ ਨਾਮ ਜਿਹੜਾ ਹੈ ਆਪਣੇ ਮਤ ਰੂਪੀ ਕਾਗਜ਼ ਦੇ ਉੱਤੇ ਲਿਖਿਆ ਹੋਇਆ, ਇਹ ਨਿਸ਼ਾਨ ਪਹਿਚਾਨ ਪੱਤਰ ਵਜੋਂ ਮਹਾਰਾਜ ਕਹਿੰਦੇ ਕੰਮ ਆਉਂਦਾ ਹੈ, ਟੋਂਬੂ ਵਜੋਂ ਕੰਮ ਆਉਂਦਾ ਹੈ, ਇਹ ਨਿਸ਼ਾਨੀ ਵਜੋਂ ਮਹਾਰਾਜ ਕਹਿੰਦੇ ਕੰਮ ਆਉਂਦਾ ਹੈ ਪਰਲੋਕ ਦੇ ਅੰਦਰ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਆ, ਚੌਪਈ ਕਵੀ ਕਹੈ ਜਾਂ ਕੋ ਸੁਨ ਟੀਕਾ। ਇਹ ਪਹਿਲਾ ਪਦ ਹੈ ਸ਼ਬਦ ਦਾ। ਇੱਥੇ ਹੁਣ ਕਵੀਰਾਜ ਕਹਿੰਦੇ ਅਸੀਂ ਇਸ ਜਿਹੜਾ ਬੰਦ ਹੈ ਸ਼ਬਦ ਦਾ ਪਦ ਹੈ ਪਹਿਲਾ, ਇਹਦਾ ਅਸੀਂ ਟੀਕਾ ਕਹਿੰਦੇ ਆ, ਭਾਵ ਇਹਦੇ ਅਰਥ ਕਰਦੇ ਆ। ਕਵੀਰਾਜ ਕਵਿਤਾ ਵਿੱਚ ਇਸ ਦੇ ਅਰਥ ਕਰਦੇ ਹਨ। ਸ੍ਰੀ ਮੁਖ ਨਿਕਸਿਓ ਕਲ ਪਦ ਨੀਕਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ੍ਰੀ ਮੁਖ ਤੋਂ ਜੋ ਕਲ ਸੁੰਦਰ ਸ਼ਬਦ ਦਾ ਪਦ ਜਿਹੜਾ ਹੈ ਉਹ ਨਿਕਲਿਆ ਹੈ, ਭਾਵ ਜੋ ਮਹਾਰਾਜ ਨੇ ਸ਼ਬਦ ਉਚਾਰਿਆ ਆਪਣੇ ਸ਼੍ਰੀ ਕੰਠ ਤੋਂ। ਪੁਰਾ ਸਾਰਦਾ ਫੁਰੀ ਸੁਹਾਵਹਿ। ਸੱਚੇ ਪਾਤਸ਼ਾਹ ਜੀ ਨੂੰ ਇਹ ਸਭ ਤੋਂ ਪਹਿਲਾਂ ਜਿਹੜੀ ਸਾਰਦਾ ਬਾਣੀ ਹੈ ਨਾ, ਉਹ ਫੁਰੀ ਹੈ ਸਤਿਗੁਰੂ ਜੀ ਨੂੰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਆਪਣੇ ਸ਼੍ਰੀ ਕੰਠ ਤੋਂ ਸ਼ਬਦ ਜਿਹੜਾ ਗਰੀਬ ਨਵਾਜ ਜੀ ਨੇ ਉਚਾਰਨ ਕੀਤਾ, ਬੜਾ ਹੀ ਸੋਭਨੀਕ। ਪਦਵੀ ਪਰਾ ਜਾਸ ਤੇ ਪਾਵਹਿ। ਜਿਸ ਸ਼ਬਦ ਉਪਦੇਸ਼ ਤੋਂ ਬਹੁਤ ਉੱਚੀ ਪਦਵੀ ਨੂੰ ਪ੍ਰਾਪਤ ਕਰ ਸਕੀਦਾ ਹੈ, ਵੱਡੀ ਉੱਚੀ ਪਦਵੀ ਦੇ ਦੇਣ ਵਾਲਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ। ਜਿਸ ਸ਼ਬਦ ਉਪਦੇਸ਼ ਨੂੰ ਕਮਾ ਕਰਕੇ ਉਹ ਪਦਵੀ ਪ੍ਰਾਪਤ ਹੋ ਜਾਵੇ ਕਿ ਵਾਹਿਗੁਰੂ ਵਿੱਚ ਅਭੇਦ ਹੋ ਜਾਈਏ। ਦੇਹ ਧਰਾ ਜਾਂ ਕਾਰਨ ਧਰਨੀ। ਜਿਸ ਕਾਰਨ ਨੂੰ ਲੈ ਕਰਕੇ ਮਹਾਰਾਜ ਜੀ ਨੇ ਧਰਤੀ ਦੇ ਉੱਤੇ ਮਹਾਰਾਜ ਆਪਣੀ ਦੇਹ ਬਣਾਈ, ਆਪਣਾ ਸਰੀਰ ਧਾਰਨ ਕੀਤਾ ਹੈ ਨਿਰੰਕਾਰ ਨੇ। ਬੈ ਲਗ ਕਰਨ ਲੱਗੇ ਸੋ ਕਰਨੀ। ਬੈ ਲਗ ਉਮਰ ਤਾਂ ਛੋਟੀ ਹੈ, ਪਰ ਮਹਾਰਾਜ ਉਸ ਕਾਰਜ ਨੂੰ ਕਰਨ ਲੱਗ ਪਏ। ਸੱਚੇ ਪਾਤਸ਼ਾਹ ਜਿਸ ਕਾਰਨ ਨੂੰ ਲੈ ਕਰਕੇ ਮਹਾਰਾਜ ਧਰਤੀ ਤੇ ਅਵਤਾਰ ਧਾਰਿਆ ਏ। ਅਨਵਸਥਾ ਉਪਦੇਸ਼ਕ ਕੇਰੀ। ਮਹਾਰਾਜ ਜੀ ਅਨ ਅਵਸਥਾ ਹੈ, ਅਜੇ ਉਮਰ ਨਹੀਂ ਹੈ ਉਪਦੇਸ਼ ਦੇ ਕਰਨ ਵਾਲੀ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਆਪ ਨਿਰੰਕਾਰ ਸਰੂਪ ਨੇ। ਇਸ ਕਰਕੇ ਬਾਹਰੋਂ ਉਮਰ ਦਾ ਤਕਾਜ਼ਾ ਵੇਖ ਕੇ ਸੰਸਾਰੀ ਭੁਲੇਖਾ ਖਾਂਦੇ ਆ ਭਾਵੇਂ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਭਾਵੇਂ ਉਮਰ ਜਿਹੜੀ ਆ ਉਹ ਉਪਦੇਸ਼ ਦੇਣ ਵਾਲੀ ਨਹੀਂ, ਪਰ ਮਹਾਰਾਜ ਫਿਰ ਵੀ ਗਰੀਬ ਨਵਾਜ ਕਿਰਪਾ ਕਰਕੇ ਉਪਦੇਸ਼ ਦੇਣ ਲੱਗੇ ਆ ਤਰਸ ਕਰਕੇ। ਧਰਾ ਅਧੀਰਜ ਸਕਹਿ ਨਾ ਹੇਰੀ। ਕਿਉਂਕਿ ਧਰਤੀ ਦੀ ਵਿਆਕੁਲਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨਹੀਂ ਵੇਖ ਸਕੇ। ਪਾਂਦੇ ਪ੍ਰਤ ਪੂਰਬ ਉਪਕਾਰਾ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਪਾਂਧਾ ਜੀ ਦੇ ਉੱਪਰ ਉਪਕਾਰ ਕੀਤਾ, ਭਲਾ ਕੀਤਾ ਹੈ ਗਰੀਬ ਨਵਾਜ ਜੀ ਨੇ। ਭਵ ਤਾਰਨ ਹਿਤ ਸ਼ਬਦ ਉਚਾਰਾ। ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਮਹਾਰਾਜ ਨੇ ਪਾਂਧਾ ਜੀ ਦੇ ਭਲੇ ਲਈ ਗਰੀਬ ਨਵਾਜ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਉਚਾਰਨ ਕੀਤਾ। ਚਤੁਰ ਵੇਦ ਬਰ ਸਾਰ ਲਖਾਇਆ। ਐਸਾ ਸੁੰਦਰ ਉਪਦੇਸ਼ ਜਿਹਦੇ ਅੰਦਰ ਬਰ ਸ੍ਰੇਸ਼ਟ ਚੌਹਾਂ ਵੇਦਾਂ ਦਾ ਸਾਰ ਹੀ ਜਿਹੜਾ ਹੈ ਸਤਿਗੁਰਾਂ ਜੀ ਨੇ ਜਣਾ ਦਿੱਤਾ ਏ। ਤਰਹਿ ਸੇ ਨਰ ਸੁਨ ਮਨ ਵਸਾਇਆ। ਉਹ ਮਨੁੱਖ ਤਰ ਜਾਣਗੇ ਜਿਹੜੇ ਸੁਣ ਕਰਕੇ ਮਹਾਰਾਜ ਦਾ ਉਪਦੇਸ਼ ਮਨ ਵਿੱਚ ਵਸਾ ਲੈਣਗੇ। ਦੋਹਰਾ ਦੇਹ ਦੀਪ ਟੀਕੇ ਵਿਖੇ। ਹੁਣ ਕਵੀਰਾਜ ਇਹ ਟੀਕਾ ਕਰਦੇ ਆ, ਅਰਥ ਕਰਦੇ ਹਨ ਜੋ ਮਹਾਰਾਜ ਜੀ ਨੇ ਪਾਂਧਾ ਜੀ ਦੇ ਪ੍ਰਥਾਏ ਹਜੂਰ ਨੇ ਜੋ ਸਿੱਖਿਆ ਦਿੱਤੀ ਹੈ, ਉਹਦਾ ਬੜਾ ਹੀ ਸਰਲ ਢੰਗ ਨਾਲ ਕਵੀਰਾਜ ਅਰਥ ਕਰਦੇ ਆ। ਕਹਿੰਦੇ ਆ ਦੇਹ ਦੀਵਟੀ ਕੇ ਵਿਖੈ। ਇਹ ਜਿਹੜੀ ਦੇਹ ਹੈ ਨਾ, ਇਹ ਦੀਵਟੀ ਦੀਵੇ ਦੀ ਨਿਆਈ ਹੈ। ਇਹ ਦੇਹ, ਇਹ ਸਰੀਰ, ਤੇ ਇਸ ਦੇਹ ਰੂਪੀ ਦੀਵੇ ਦੇ ਅੰਦਰ ਨੇਹ ਮੋਹ ਭਰਪੂਰ। ਮੋਹ ਰੂਪੀ ਜਿਹੜਾ ਨੇਹ ਤੇਲ ਹੈ ਨਾ, ਉਹ ਭਰਪੂਰ ਹੈ, ਭਰਿਆ ਪਿਆ ਸਰੀਰ ਰੂਪੀ ਦੀਵਾ ਮੋਹ ਰੂਪੀ ਤੇਲ ਦੇ ਨਾਲ। ਬਾਤੀ ਵਿਸ਼ਿਆਨ ਬਾਸਨਾ। ਜਿਹੜੀ ਫਿਰ ਵਿਸ਼ਿਆਂ ਵਕਾਰਾਂ ਦੀ ਵਾਸ਼ਨਾ ਹੈ ਅੰਦਰ,
ਇਹ ਜਿਹੜੀ ਰੂੰ ਦੀ ਬੱਤੀ ਲੱਗੀ ਹੋਈ ਹੈ, ਅਗਨ ਗਿਆਨ ਤੇ ਦੂਰ। ਤੇ ਗਿਆਨ ਰੂਪੀ ਅਗਨੀ ਤੋਂ ਪਰ ਇਹ ਦੂਰ ਹੈ। ਜਿੰਨਾ ਚਿਰ ਗਿਆਨ ਰੂਪੀ ਅਗਨੀ ਨਹੀਂ ਪ੍ਰਚੰਡ ਹੁੰਦੀ, ਤੇ ਜਿਵੇਂ ਦੀਵਾ ਜਿਹੜਾ ਉਹਨੂੰ ਜਿਹੜੀ ਆ ਅਗਨ ਨਾ ਲਾਓ ਤੇ ਫਿਰ ਰੋਸ਼ਨੀ ਕਿਵੇਂ ਕਰ ਸਕਦਾ ਹੈ? ਫਿਰ ਰੋਸ਼ਨੀ ਨਹੀਂ ਕਰ ਸਕਦਾ ਨਾ। ਇਸੇ ਤਰ੍ਹਾਂ ਇਹ ਜੀਵ ਦਾ ਜਿਹੜਾ ਦੇਹ ਰੂਪੀ ਦੀਵਾ ਹੈ ਨਾ, ਇਹਦੇ ਵਿੱਚ ਮੋਹ ਰੂਪੀ ਤੇਲ ਭਰਿਆ ਪਿਆ ਹੈ। ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਜਿਹੜੀ ਹੈ ਇਹ ਬੱਤੀ ਲੱਗੀ ਪਈ ਹੈ, ਪਰ ਗਿਆਨ ਰੂਪੀ ਅਗਨ ਤੋਂ ਜਿਹੜਾ ਹੈ ਇਹ ਸਤਿਗੁਰੂ ਜੀ ਕਹਿੰਦੇ ਦੂਰ ਹੈ। ਇਹ ਜਿਹੜਾ ਜੀਵ ਦਾ ਸਰੀਰ ਰੂਪੀ ਦੀਵਾ ਹੈ। ਜਾਉ ਪਈ ਗੁਰ ਪ੍ਰਸਾਦ ਕਰ ਢਿਗ ਜਬ ਹਵੈ ਹੈ। ਜਦੋਂ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਹੁੰਦੀ ਹੈ ਨਾ, ਤੇ ਜਦੋਂ ਫਿਰ ਜੀਵ ਦੇ ਭਾਗ ਜਾਗਦੇ ਐ, ਪੂਰੇ ਗੁਰੂ ਜੀ ਦੇ ਸ਼ਰਨ ਵਿੱਚ ਆ ਜਾਂਦਾ ਹੈ, ਪੂਰੇ ਗੁਰੂ ਜੀ ਦੇ ਕੋਲ ਆ ਜਾਂਦਾ ਏ। ਆਤਮ ਗਿਆਨ ਲੈ ਪਦ ਪੈ ਹੈ। ਤੇ ਆਤਮਿਕ ਗਿਆਨ ਨੂੰ ਲੈ ਕਰਕੇ ਪਰਮ ਪਦਵੀ ਨੂੰ ਫਿਰ ਜੀਵ ਜਿਹੜਾ ਹੈ ਪ੍ਰਾਪਤ ਕਰਦਾ ਏ। ਪਹਿਲਾਂ ਗਿਆਨ ਦੀ ਰੌਸ਼ਨੀ ਜਿਹੜੀ ਹੈ ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਸ੍ਰੀ ਨਾਨਕ ਹੋਏ ਗੁਰ ਦੁਖ ਖੋਊ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਰੂਪ ਹੋਏ ਆ ਧੁਰੋਂ ਹੀ ਸੱਚੇ ਪਾਤਸ਼ਾਹ ਜੀ, ਦੁੱਖਾਂ ਨੂੰ ਖੋਣ ਵਾਸਤੇ, ਦੁੱਖਾਂ ਨੂੰ ਨਾਸ਼ ਕਰਨ ਵਾਸਤੇ। ਪਹਿਲਾਂ ਵੀ ਸਤਿਗੁਰੂ ਜੀ ਤੋਂ ਕਿਸੇ ਪੀਰ ਪੈਗੰਬਰ ਦੇ ਨਾਮ ਨਾਲ ਗੁਰੂ ਪਦ ਨਹੀਂ ਸੀ ਲੱਗਦਾ, ਭਾਵੇਂ ਕਿ ਬਾਅਦ ਵਿੱਚ ਲਾਉਣ ਲੱਗ ਪਏ ਸਾਰੇ ਵੇਖੋ ਵੇਖੀ। ਪਰ ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਹੋਰਨਾਂ ਧਰਮਾਂ ਦਾ ਵੀ, ਕਿਸੇ ਅਵਤਾਰ ਕਿਸੇ ਪੀਰ ਪੈਗੰਬਰ ਦੇ ਨਾਮ ਨਾਲ ਗੁਰੂ ਪਦ ਨਹੀਂ ਲੱਗਦਾ। ਜੇ ਗੁਰੂ ਪਦ ਲੱਗਦਾ ਹੈ ਤਾਂ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਨਾਲ ਗੁਰੂ ਪਦ ਲੱਗਦਾ ਹੈ, ਕਿਉਂਕਿ ਹਜੂਰ ਧੁਰੋਂ ਹੀ ਗੁਰੂ ਰੂਪ ਹੋ ਕਰਕੇ ਮਹਾਰਾਜ ਪ੍ਰਗਟ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਪਾਂਧਾ ਜੀ ਨੂੰ ਐਸੇ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਵੀ ਗੁਰੂ ਰੂਪ ਪ੍ਰਾਪਤ ਹੋ ਗਏ ਹੈ। ਇਹ ਸਤਿਗੁਰਾਂ ਜੀ ਦੀ ਵਡਿਆਈ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੀਪਨ ਜੀ ਨੂੰ ਗੁਰੂ ਧਾਰ ਕਰਕੇ, ਦੁਰਵਾਸਾ ਨੂੰ ਗੁਰੂ ਧਾਰ ਕਰਕੇ ਵਿਦਿਆ ਸਿੱਖੀ ਸੀਗੀ, ਤੇ ਸ਼੍ਰੀ ਰਾਮਚੰਦਰ ਜੀ ਨੇ ਵਸ਼ਿਸ਼ਟ ਜੀ ਨੂੰ ਗੁਰੂ ਧਾਰ ਕਰਕੇ ਜਿਹੜੀ ਸੀ ਵਿਦਿਆ ਸਿੱਖੀ ਸੀਗੀ। ਤੇ ਇਸ ਪ੍ਰਕਾਰ ਇਹ ਵਿਦਿਆ ਉਹਨਾਂ ਨੂੰ ਗੁਰੂ ਧਾਰਨਾ ਪਿਆ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ, ਸਗੋਂ ਮਹਾਰਾਜ ਨੇ ਜਿਨ੍ਹਾਂ ਕੋਲ ਪੜ੍ਹਨ ਗਏ ਸੀ ਪਾਂਧਾ ਜੀ ਕੋਲ, ਉਹਨਾਂ ਨੂੰ ਹਜੂਰ ਨੇ ਆਪ ਸਿੱਖਿਆ ਦਿੱਤੀ। ਪਾਂਧਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਧਾਰਨ ਕੀਤਾ, ਗਰੀਬ ਨਵਾਜ ਜੀ ਨੂੰ ਹਜੂਰ ਦੇ ਸਿੱਖ ਬਣ ਗਏ ਪਾਂਧਾ ਜੀ। ਇਸ ਕਰਕੇ ਇਹ ਵਚਨ ਆਉਣਗੇ ਪਾਂਧਾ ਜੀ ਵੱਲੋਂ ਕਿ ਬਿਨਾਂ ਪੜ੍ਹਾਏ ਪੜ੍ਹ ਰਹੇ ਅਬਰ ਪੜ੍ਹਾਵਣਹਾਰ। ਇਹ ਤਾਂ ਹੋਰਨਾਂ ਨੂੰ ਪੜ੍ਹਾਉਣ ਸੰਸਾਰ ਵਿੱਚ ਆਏ ਹੈ, ਵਿਦਿਆ ਦੇ ਦਾਤੇ ਹਨ। ਇਹਨਾਂ ਨੂੰ ਵਿਦਿਆ ਕੌਣ ਪੜ੍ਹਾ ਸਕਦਾ ਹੈ? ਵਿਦਿਆ ਤਾਂ ਇਹਨਾਂ ਦੀ ਸੇਵਕ ਬਣ ਕੇ ਦਾਸੀ ਬਣੀ ਹੋਈ ਹੈ, ਇਹਨਾਂ ਨੂੰ ਹੋਰ ਕੌਣ ਪੜ੍ਹਾ ਸਕਦਾ ਹੈ? ਇਸ ਤਰ੍ਹਾਂ ਮਹਾਰਾਜ ਜੀ ਨੇ ਪਾਂਧਾ ਜੀ ਦੀ ਕਲਿਆਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਹਜੂਰ ਉਪਦੇਸ਼ ਦੇ ਰਹੇ ਹੈ। ਸ੍ਰੀ ਨਾਨਕ ਹੋਏ ਗੁਰ ਦੁਖ ਖੋਊ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੁਰੋਂ ਗੁਰੂ ਰੂਪ ਹੋਏ ਹੈ, ਦੁੱਖਾਂ ਨੂੰ ਖੋਣ ਨਾਸ ਕਰਨ ਵਾਸਤੇ। ਭੇ ਪ੍ਰਸੀਦ ਉਪਦੇਸਿਓ ਸੋ। ਪ੍ਰਸੰਨ ਚਿੱਤ ਹੋ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਤਰਸ ਕਰਕੇ ਗਰੀਬ ਨਵਾਜ ਨੇ ਪਾਂਧਾ ਜੀ ਨੂੰ ਸਿੱਖਿਆ ਦਿੱਤੀ ਹੈ। ਨੇਹ ਮੋਹ ਜਬ ਪਾਂਧਾ ਜਾ ਰਹੋ। ਹੇ ਪਾਂਧਾ ਜੀ, ਜਦੋਂ ਮੋਹ ਰੂਪੀ ਤੇਲ ਜਿਹੜਾ ਹੈ ਸਰੀਰ ਰੂਪੀ ਦੀਵਾ, ਇਹਦੇ ਵਿੱਚੋਂ ਜਦੋਂ ਸਾੜ ਦਵੋਗੇ, ਗਿਆਨ ਅਗਨ ਸੋ ਸਗਲ ਨਿਵਾਰੋ। ਗਿਆਨ ਰੂਪੀ ਅਗਨੀ ਦੇ ਨਾਲ ਇਹ ਸਾਰਾ ਕੁਝ ਹੀ ਨਿਰਵਿਰਤ ਹੋ ਜਾਂਦਾ ਹੈ। ਜਿਵੇਂ ਤੇਲ ਸੜ ਜਾਂਦਾ ਹੈ ਨਾ, ਬੱਤੀ ਬਲਦੀ ਰਹਿੰਦੀ ਹੈ ਤੇ ਬੱਤੀ ਵੀ ਸੜ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਦੋਂ ਗਿਆਨ ਦੀ ਅਗਨੀ ਗੁਰੂ ਜੀ ਦੇ ਕੋਲੋਂ ਪ੍ਰਾਪਤ ਹੁੰਦੀ ਹੈ ਨਾ ਜੀਵ ਨੂੰ, ਉਦੋਂ ਫਿਰ ਦੇਹ ਰੂਪੀ ਦੀਵੇ ਵਿੱਚੋਂ ਮੋਹ ਰੂਪੀ ਤੇਲ ਸਾਰਾ ਹੀ ਸੜ ਜਾਂਦਾ ਹੈ। ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਰੂਪੀ ਬੱਤੀ ਵੀ ਸਾਰੀ ਜਲ ਜਾਂਦੀ ਹੈ, ਸੜ ਜਾਂਦੀ ਹੈ। ਸ਼ਰਧਾ ਧਰ ਕਾਜਰ ਬਰ ਪਾਵੋ। ਫਿਰ ਉੱਥੇ ਜਿਹੜੀ ਕੱਜਲ ਰਹਿ ਜਾਂਦੀ ਹੈ, ਕਾਲਖ, ਉਹ ਸਰੀਰ ਰੂਪੀ ਦੀਵੇ ਵਿੱਚ ਕੀ ਰਹਿ ਜਾਂਦਾ ਹੈ? ਸ਼ਰਧਾ ਧਰ ਕਾਜਰ ਬਰ ਪਾਵੋ। ਬਰ ਸ਼੍ਰੇਸ਼ਟ ਜਿਹੜੀ ਹੈ ਨਾ ਸ਼ਰਧਾ ਰੂਪੀ ਕੱਜਲ ਸਿਆਹੀ, ਉਹ ਫਿਰ ਪ੍ਰਾਪਤ ਕਰ ਲਵੋਗੇ। ਫਿਰ ਸ਼ਰਧਾ ਅੰਦਰ ਆਉਂਦੀ ਹੈ। ਜੇ ਗੁਰੂ ਜੀ ਦਾ ਗਿਆਨ ਹੀ ਨਹੀਂ ਪ੍ਰਾਪਤ ਹੋਇਆ ਤੇ
ਫਿਰ ਕਿਵੇਂ ਸ਼ਰਧਾ ਪ੍ਰਾਪਤ ਹੋਏ। ਤੇ ਸ਼ਰਧਾ ਤੋਂ ਹੀਣੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਕਿਵੇਂ ਬੋਧ ਕਿਸੇ ਨੂੰ ਦੇ ਸਕਦੇ ਆ, ਜਾਂ ਆਪਣੇ ਮਨ ਨੂੰ ਕਿਵੇਂ ਪ੍ਰਬੋਧ ਸਕਦੇ ਆ, ਜਦੋਂ ਸ਼ਰਧਾ ਹੀ ਨਹੀਂ ਪ੍ਰਾਪਤ ਹੋਈ। ਤੇ ਸ਼ਰਧਾ ਪ੍ਰਾਪਤ ਹੁੰਦੀ ਹੈ ਗੁਰੂ ਜੀ ਦੇ ਗਿਆਨ ਨਾਲ। ਜੇ ਆਪਣੇ ਅੰਦਰ ਹੀ ਮੋਹ ਵੜਿਆ ਹੋਇਆ, ਮੋਹ ਦਾ ਮਾਰਿਆ ਹੋਇਆ ਮਨ, ਵਿਕਾਰਾਂ ਦਾ ਮਾਰਿਆ ਹੋਇਆ, ਘੁਣ ਖਾਧਾ ਹੋਇਆ ਮਨ, ਉਹ ਕਿਸੇ ਨੂੰ ਕੀ ਸਿੱਖਿਆ ਦ੍ਰਿੜਾ ਸਕਦਾ ਜਦੋਂ ਆਪਣਾ ਆਪ ਹੀ ਨਹੀਂ ਸੁਧਾਰ ਲਿਆ ਅਜੇ ਤੱਕ। ਇਸ ਪ੍ਰਕਾਰ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ, ਸ਼ਰਧਾ ਪਾਉਣੀ ਵੀ ਬਹੁਤ ਵੱਡੀ ਦਾਤ ਹੈ। ਇਹ ਫਿਰ ਜਦੋਂ ਦੀਵੇ ਦੇ ਅੰਦਰ ਜਿਵੇਂ ਕੱਜਲ ਰਹਿ ਜਾਂਦੀ ਹੈ ਨਾ ਸਿਆਹੀ, ਇਵੇਂ ਸਰੀਰ ਰੂਪੀ ਦੀਵੇ ਵਿੱਚ ਸ਼ਰਧਾ ਰੂਪੀ ਸਿਆਹੀ ਰਹਿ ਜਾਂਦੀ ਹੈ। ਇਹ ਸ਼ਰਧਾ ਰੂਪੀ ਸਿਆਹੀ ਬਰ ਸ੍ਰੇਸ਼ਟ ਜਿਹੜੀ ਹੈ, ਫਿਰ ਪਾਉਣਾ ਕਰੋ, ਪ੍ਰਾਪਤ ਕਰਨਾ ਕਰੋਗੇ। ਹੰ ਤਨ ਤਜਨਾ ਘਸਨ ਸਵਾਰੋ। ਤੇ ਫਿਰ ਉਹਦਾ ਜਿਹੜਾ ਘਸਾਉਣਾ ਹੈ ਸਿਆਹੀ ਦਾ, ਕਿਉਂਕਿ ਸਿਆਹੀ ਤਿਆਰ ਕਰਨੀ ਪੈਂਦੀ ਹੈ ਨਾ, ਤੇ ਇੱਧਰ ਕਿਹੜਾ ਘਸਾਉਣਾ ਹੈ, ਅਹੰ ਤਜ ਤਜਨਾ, ਜਿਹੜਾ ਤਨ ਦਾ ਜਿਹੜਾ ਹੰਕਾਰ ਹੈ ਨਾ, ਪੁਨः ਤਿਆਗਣਾ, ਇਹ ਜਿਹੜਾ ਹੈ ਘਸਾਉਣਾ ਕਰੋ ਇਸ ਸ਼ਰਧਾ ਰੂਪੀ ਸਿਆਹੀ ਦੇ। ਤਾਂ ਹੀ ਭਾਵ ਅੰਦਰ ਕੇਵਲ ਸ਼ਰਧਾ ਰਹਿ ਜਾਵੇ, ਤਨ ਦੀ ਹੰਗਤਾ ਸਾਰੀ ਨਾਸ਼ ਹੋ ਜਾਵੇ। ਬਾਰ-ਬਾਰ ਜਿਹੜਾ ਪੁਨः ਇਹ ਅਭਿਆਸ ਕਰਨਾ, ਤਨ ਦੀ ਹੰਗਤਾ ਨੂੰ ਛੱਡਣਾ, ਦੇਹ ਦੇ ਅਧਿਆਸ ਨੂੰ ਤਿਆਗਣਾ, ਇਹ ਘਸਾਉਣਾ ਕਰੋ। ਘਸਨ ਸਵਾਰੋ। ਤੇ ਇਉਂ ਘਸਾ ਕਰਕੇ ਸਵਾਰਨਾ ਕਰੋ, ਭਾਵ ਬਣਾਉਣਾ ਕਰੋ ਸਿਆਹੀ ਦੇ। ਤਾਈ ਸੁਮਤ ਸਾਰ ਕੋ ਕਾਗਦ ਕਰੀਏ। ਤੇ ਸ੍ਰੇਸ਼ਟ ਮਤ ਨੂੰ ਪਾਂਧਾ ਜੀ ਕਾਗਜ਼ ਕਰ ਲੈਣਾ ਕਰੋ। ਭਾਉ ਕਲਮ ਕਰ ਮਨ ਕਰ ਧਰੀਏ। ਤੇ ਪ੍ਰੇਮ ਦੀ ਕਲਮ ਬਣਾਓ, ਪ੍ਰੇਮ ਕਲਮ ਹੈ, ਤੇ ਮਨ ਕਰ ਧਰੀਐ, ਮਨ ਰੂਪੀ ਹੱਥ ਦੇ ਅੰਦਰ ਇਸ ਨੂੰ ਫੜਾਉਣਾ ਕਰੋ। ਭਾਵ ਲਿਖਣ ਵਾਲਾ ਕਿਹੜਾ ਹੈ, ਮਨ ਹੈ, ਪ੍ਰੇਮ ਕਲਮ ਹੈ। ਲੇਖਕ ਚਿੱਤ ਬੂਝ ਗੁਰਦੁਆਰਾ। ਤੇ ਲੇਖਕ ਕੌਣ ਹੈ, ਚਿੱਤ। ਤੇ ਇਹ ਜਿਹੜਾ ਚਿੱਤ ਹੈ ਨਾ, ਫਿਰ ਪੁੱਛੇ ਗੁਰੂ ਜੀ ਦੇ ਕੋਲੋਂ। ਲਿਖੀਏ ਸਤਾ ਸਤ ਵਿਚਾਰਾ। ਫਿਰ ਲਿਖਣਾ ਕਰੋ ਆਪਣੀ ਮਤ ਰੂਪੀ ਕਾਗਜ਼ ਦੇ ਉੱਪਰ ਸੱਤਾ ਸਤ ਵਿਚਾਰਾ। ਐੜਾ ਨਿਕਲਦਾ ਕੰਨੇ ਵਿੱਚੋਂ। ਇਸ ਪ੍ਰਕਾਰ ਸਤ ਦੀ ਤੇ ਅਸਤ ਦੀ। ਸੱਚ ਕੀ ਹੈ, ਪਰਮੇਸ਼ਰ। ਅਸਤ ਕੀ ਹੈ, ਜੋ ਕੁਝ ਦਿਸਦਾ ਹੈ, ਨਹੀਂ ਰਹਿਣ ਵਾਲਾ। ਇਸ ਕਰਕੇ ਇਹ ਵਿਚਾਰ ਜਿਹੜੀ ਆਪਣੇ ਮਤ ਦੇ ਉੱਤੇ ਲਿਖ ਲਓ। ਪਰ ਜੀਵ ਜਿਹੜਾ ਹੈ ਕੀ ਲਿਖੀ ਬੈਠਾ ਹੈ, ਸੰਸਾਰ ਨੂੰ ਸਦਾ ਰਹਿਣ ਵਾਲਾ ਲਿਖੀ ਬੈਠਾ ਹੈ। ਵਾਹਿਗੁਰੂ ਜੀ ਨੂੰ ਜਿਹੜਾ ਹੈ ਹੋਂਦ ਨੂੰ ਮੰਨਦਾ ਹੀ ਨਹੀਂ, ਪਰਮੇਸ਼ਰ ਤਾਂ ਨਿਸ਼ਚਾ ਨਹੀਂ ਆਉਂਦਾ। ਇਹ ਆਪਣੀ ਮਤ ਰੂਪੀ ਕਾਗਜ਼ ਤੇ ਲਿਖੀ ਬੈਠਾ, ਖਬਰੇ ਪਰਮੇਸ਼ਰ ਹੈ ਜਾਂ ਨਹੀਂ ਹੈ, ਨਿਸ਼ਚਾ ਹੀ ਨਹੀਂ ਆਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਸਾਹਿਬ ਤੋਂ ਪੁੱਛ ਕੇ ਲਿਖਣਾ ਹੈ। ਲਿਖਣ ਵਾਲਾ ਚਿੱਤ ਹੈ, ਮਨ ਰੂਪੀ ਹੱਥ ਵਿੱਚ ਫੜਾਈ ਹੋਈ ਪ੍ਰੇਮ ਦੀ ਕਲਮ, ਤੇ ਗੁਰੂ ਸਾਹਿਬ ਨੂੰ ਪੁੱਛ ਕੇ ਸਤ ਤੇ ਅਸਤ ਦੀ ਵਿਚਾਰ ਜਿਹੜੀ ਹੈ ਉਹ ਲਿਖਣਾ ਕਰੋ। ਦੋਹਰਾ ਅਸ ਲੇਖਾ ਲਿਖ ਜਾਣ ਤੂੰ। ਇਹ ਪਾਂਦਾ ਜੀ ਇਹੋ ਜਿਹਾ ਲੇਖਾ ਪੜ੍ਹਾਈ ਜਿਹੜੀ ਹੈ ਨਾ, ਉਹਨੂੰ ਲਿਖਣੀ ਸਿੱਖਣੀ ਜਿਹੜੀ ਆ ਜਾਣਨਾ ਕਰੋ। ਜਿਸ ਤੇ ਊਨ ਨਾ ਹੋਏ। ਜਿਸ ਕਰਕੇ ਕਦੇ ਫਿਰ ਖਾਲੀ ਨਹੀਂ ਹੋਈਦਾ, ਭਰ ਜਾਈਦਾ, ਲੋਕ ਪਰਲੋਕ ਸੁਖੀ ਹੋ ਜਾਂਦੇ ਆ। ਲਿਖੋ ਨਾਮ ਤਿਹ ਸਿਫਤ ਲਿਖ। ਵਾਹਿਗੁਰੂ ਦਾ ਨਾਮ ਲਿਖੋ ਆਪਣੀ ਮਤ ਰੂਪੀ ਕਾਗਜ਼ ਦੇ ਉੱਤੇ। ਫਿਰ ਉਹਦੀ ਸਿਫਤ ਸਲਾਹ ਜਿਹੜੀ ਹੈ ਉਹ ਲਿਖਣਾ ਕਰੋ। ਅੰਤ ਨਾ ਪਰ ਉਰ ਕੋਏ। ਜਿਸ ਦਾ ਉਰਲੇ ਕੰਡੇ ਕਰਕੇ ਤੇ ਪਰਲੇ ਕੰਡੇ ਕਰਕੇ ਕੋਈ ਅੰਤ ਨਹੀਂ ਆਉਂਦਾ। ਨਹੀਂ ਪਤਾ ਸਿਰਾ ਕਿਹੜਾ ਤੇ ਅੰਤ ਕਿਹੜਾ ਹੈ। ਜਿਸ ਵਾਹਿਗੁਰੂ ਦਾ ਕੋਈ ਪਾਰਾਵਾਰ ਨਹੀਂ ਆਉਂਦਾ ਹੈ। ਅੰਤ ਨਾ ਅੰਤਾ ਸਦਾ ਬੇਅੰਤਾ, ਜੋ ਸਦਾ ਹੀ ਅਨੰਤ ਹੈ, ਬੇਅੰਤ ਹੈ, ਉਸ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਸ ਜਿਹੜਾ ਨਾ ਉਹ ਲਿਖਣਾ ਕਰੋ। ਜਿਸ ਦਾ ਕੋਈ ਉਰਲਾ ਕੰਡਾ ਤੇ ਪਰਲਾ ਪਾਰਲਾ ਕੰਡਾ ਨਹੀਂ ਪਾਇਆ ਜਾਂਦਾ। ਚਾਉ ਪਈ ਜਿਹ ਸਥਾਨ ਲੇਖਾ ਜਮ ਲੀਏ। ਜਿਸ ਅਸਥਾਨ ਦੇ ਉੱਤੇ ਪਰਲੋਕ ਦੇ ਅੰਦਰ ਯਮਰਾਜ ਜਿਹੜੇ ਆ ਉਹ ਲੇਖਾ ਲੈਂਦੇ ਆ, ਹਿਸਾਬ ਕਿਤਾਬ ਪੁੱਛਦੇ ਹਨ। ਸੱਚ ਨਿਸ਼ਾਨੀ ਹੇਰ ਮੋਚੀਏ। ਸੱਚੇ ਨਾਮ ਦੀ, ਜਪੇ ਹੋਏ ਨਾਮ ਦੀ ਨਿਸ਼ਾਨੀ ਵੇਖ ਕੇ ਇਸ ਵਿਦਿਆ ਦੀ, ਕਿਉਂਕਿ ਮਤ ਰੂਪੀ ਕਾਗਜ਼ ਦੇ ਉੱਤੇ ਲਿਖਿਆ ਹੋਇਆ ਸੱਚਾ ਨਾਮ, ਕਮਾਇਆ ਹੋਇਆ ਵਾਹਿਗੁਰੂ ਦਾ ਨਾਮ,
ਇਹ ਜਿਹੜਾ ਸੱਚਾ ਨਾਮ ਹੈ ਇਸੇ ਪ੍ਰਕਾਰ ਹੀ ਸਚ ਨਿਸ਼ਾਨੀ ਹੇਰ ਮੋਚੇਈ। ਉਹ ਸੱਚੇ ਨਾਮ ਦੀ ਨਿਸ਼ਾਨੀ ਵੇਖ ਕਰਕੇ ਨਾ, ਇਹ ਪਹਿਚਾਨ ਪੱਤਰ ਵੇਖ ਕੇ ਸੱਚੇ ਨਾਮ ਦਾ, ਤੇ ਫਿਰ ਛੱਡ ਦਿੰਦੇ ਐ। ਉਹਨਾਂ ਦੀ ਹਿੰਮਤ ਨਹੀਂ ਪੈਂਦੀ ਐ ਫਿਰ ਕੁਝ ਕਹਿਣ ਦੀ। ਕੋਸ਼ਪ ਹੋਏ ਸ਼ਾਹ ਕੋ ਜੈਸੇ। ਮਹਾਰਾਜ ਪ੍ਰਮਾਣ ਦਿੰਦੇ ਆ ਪਾਂਧਾ ਜੀ ਨੂੰ ਕਿ ਜਿੱਦਾਂ ਬਾਦਸ਼ਾਹ ਦਾ ਕੋਈ ਕੌਸ਼ਪ ਜਿਹੜਾ ਹੈ ਉਹ ਖਜ਼ਾਨਚੀ ਹੁੰਦਾ ਏ। ਤਿਹ ਤੇ ਸੁਲਕ ਭ੍ਰਿਤ ਲੈ ਕੈਸੇ। ਜਿਹੜਾ ਬਾਦਸ਼ਾਹ ਦਾ ਭ੍ਰਿਤ ਦਾਸ ਵੈ, ਨੌਕਰ ਵੈ, ਉਹਦੇ ਕੋਲੋਂ ਸੁਲਕ ਜਿਹੜਾ ਹੈ, ਟੈਕਸ ਜਿਹੜਾ ਹੈ, ਉਹ ਗ੍ਰਾਹ ਕਿਵੇਂ ਸਕਦਾ ਹੈ, ਕਿਵੇਂ ਉਸ ਦੇ ਕੋਲੋਂ ਪੈਸੇ ਲੈ ਸਕਦਾ ਏ। ਆਪ ਉਪਾਇਨ ਦੇ ਮਿਲੈ ਹੈ। ਸਗੋਂ ਆਪ ਅੱਗੋਂ ਸੇਵਕ ਜਿਹੜੇ ਭੇਟਾ ਦੇ ਕਰਕੇ ਮਿਲਦੇ ਐ, ਉਹ ਜਾਣਦੇ ਆ ਕਿ ਬਾਦਸ਼ਾਹ ਦਾ ਖਜ਼ਾਨਚੀ ਹੈ। ਡਰ ਔਰ ਕਰ ਪੁਨ ਸੁਕਚ ਚਲੈ ਹੈ। ਤੇ ਸਗੋਂ ਹਿਰਦੇ ਵਿੱਚ ਡਰ ਧਾਰਨ ਕਰਕੇ ਸੰਕੋਚ ਕੇ ਨਾਲ ਚੱਲਦੇ ਆ, ਭੈ ਮਨ ਕਰਕੇ। ਅਸ ਲੇਖਾ ਜੇ ਤੁਵ ਔਰ ਪਾਦਾ। ਹੇ ਪਾਦਾ ਜੀ, ਜੇ ਇਹੋ ਜਿਹਾ ਲੇਖਾ, ਇਹੋ ਜੀ ਵਿਦਿਆ ਤੁਹਾਡੇ ਹਿਰਦੇ ਵਿੱਚ ਜੇ ਕਤ ਕੇ ਪ੍ਰਾਪਤ ਹੋ ਜਾਵੇ। ਉਦਰਿਹ ਗੋ ਭਵ ਸਿੰਧ ਅਗਾਧਾ। ਐਸਾ ਜਿਹੜਾ ਡੂੰਘਾ ਸੰਸਾਰ ਸਮੁੰਦਰ ਹੈ, ਇਸ ਤੋਂ ਫਿਰ ਤੁਸੀਂ ਤਰ ਜਾਓਗੇ। ਇਹ ਜੇ ਲੇਖਾ, ਇਹ ਵਿਦਿਆ ਜੇ ਆਪਣੇ ਹਿਰਦੇ ਵਿੱਚ ਸਿੱਖ ਲਈ ਨਾ, ਪੜ੍ਹ ਲਈ, ਤਾਂ ਮਹਾਰਾਜ ਕਹਿੰਦੇ ਜਿਹੜਾ ਬਹੁਤ ਹੀ ਡੂੰਘਾ ਸੰਸਾਰ ਸਮੁੰਦਰ, ਜਿਹਦਾ ਕੋਈ ਥਾਂ ਨਹੀਂ ਪਾਇਆ ਜਾਂਦਾ, ਲੋਕ ਡੁੱਬਦੇ ਹੀ ਜਾ ਰਹੇ ਹੈ, ਇਸ ਸੰਸਾਰ ਸਮੁੰਦਰ ਤੋਂ ਤੁਸੀਂ ਪਾਂਧਾ ਜੀ ਫਿਰ ਤਰ ਜਾਓਗੇ। ਜੀਵ ਅਨੋਜ ਜਾਏ ਜਿਹ ਜਾਈ। ਤੇ ਜਿੱਥੇ ਜੀਵ ਜਾ ਕਰਕੇ ਬੜਾ ਹੀ ਨਤਾਣਾ ਜਿਹਾ ਹੁੰਦਾ ਹੈ, ਪਰਲੋਕ ਦੇ ਅੰਦਰ ਜਿੱਥੇ ਜਾ ਕਰਕੇ ਬੜਾ ਨਤਾਣਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ, ਕਿਉਂਕਿ ਉੱਥੇ ਸਹਾਈ ਨਹੀਂ ਨਾ ਕੋਈ ਹੁੰਦਾ। ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਪਕੜੈ ਕੋਏ, ਉੱਥੇ ਕੋਈ ਪੱਲਾ ਨਹੀਂ ਫੜਦਾ, ਕੋਈ ਸਾਥ ਨਹੀਂ ਦਿੰਦਾ। ਜਿਸ ਥਾਂ ਤੇ ਜੀਵ ਜਾ ਕਰਕੇ ਬੜਾ ਨਤਾਣਾ ਜਿਹਾ, ਬੜਾ ਬੇਆਸਰਾ ਜਿਹਾ ਹੁੰਦਾ ਏ। ਪਰਮ ਮੀਤ ਜਿਉ ਤਹਾਂ ਸਹਾਈ। ਪਰਮ ਵੱਡੇ ਮਿੱਤਰ ਦੀ ਤਰ੍ਹਾਂ ਜਪਿਆ ਹੋਇਆ ਨਾਮ ਪਾਂਧਾ ਜੀ ਉੱਥੇ ਫਿਰ ਸਹਾਇਤਾ ਕਰਦਾ ਹੈ। ਨਾਮ ਪੱਲਾ ਪਕੜਦਾ ਹੈ, ਉੱਥੇ ਨਾਮ ਕਿਰਪਾ ਕਰਕੇ ਸਹਾਇਤਾ ਕਰਦਾ ਏ। ਸਾਰਬ ਭੂਮ ਸ਼ਰਨ ਜਿਹ ਪਰਨਾ। ਜਿਵੇਂ ਕੋਈ ਸਾਰਬ ਭੂਮ ਚੱਕਰਵਰਤੀ ਬਾਦਸ਼ਾਹ ਦੀ ਜੋ ਸ਼ਰਨ ਵਿੱਚ ਪੈ ਜਾਣਾ ਹੈ। ਤਿਨ ਨਰ ਔਰ ਡਰ ਕਿਉ ਫਿਰ ਕਰਨਾ। ਉਸ ਮਨੁੱਖ ਨੇ ਦੱਸੋ ਫਿਰ ਡਰ ਕਿਉਂ ਹਿਰਦੇ ਵਿੱਚ ਕਰਨਾ ਹੈ। ਭਾਵ ਜਿਹੜਾ ਚੱਕਰਵਰਤੀ ਬਾਦਸ਼ਾਹ ਦੀ ਸ਼ਰਨ ਪੈ ਗਿਆ, ਉਹਨੂੰ ਕਿਉਂ ਡਰ ਕਰਨਾ ਹੈ। ਚੱਕਰਵਰਤੀ ਬਾਦਸ਼ਾਹ ਦੀ ਨਿਆਈ ਕੌਣ ਹੈ? ਵਾਹਿਗੁਰੂ ਦਾ ਨਾਮ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦੀ ਸ਼ਰਨ ਪੈ ਗਿਆ, ਪਰਮੇਸ਼ਰ ਦੀ ਸ਼ਰਨ ਪੈ ਗਿਆ, ਉਹਨ ਫਿਰ ਦੱਸੋ ਹੋਰ ਮੌਤ ਤੋਂ ਕੀ ਡਰਨਾ ਹੈ, ਜਾਂ ਹੋਰ ਕਿਸੇ ਚੀਜ਼ ਤੋਂ ਨੇ, ਹੰਗਤਾ ਮਮਤਾ ਤੋਂ, ਔਗਣਾ ਪਾਪਾਂ ਤੋਂ, ਵਿਸ਼ਿਆਂ ਵਿਕਾਰਾਂ ਤੋਂ ਕੀ ਡਰਨਾ ਹੈ। ਕੋਈ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਡਰ ਨਹੀਂ ਫਿਰ ਰਹਿ ਜਾਂਦਾ। ਦੋਹਰਾ ਸੁਨ ਸਰੋਨਨ ਮਨ ਗੁਨਹਿ ਪੁਨ। ਕੰਨਾਂ ਦੇ ਵਿੱਚ ਜਦੋਂ ਪਾਂਧਾ ਜੀ ਨੇ ਸੁਣਿਆ ਨਾ ਮਹਾਰਾਜ ਦਾ ਉਪਦੇਸ਼, ਤੇ ਮਨ ਦੇ ਅੰਦਰ ਵਿਚਾਰ ਕਰਨ ਲੱਗ ਪਏ। ਪਾਦੇ ਅਜਰਜ ਚੀਨ। ਪਾਂਧਾ ਜੀ ਨੇ ਤੇ ਬਹੁਤ ਹੈਰਾਨੀ ਆਪਣੇ ਮਨ ਦੇ ਅੰਦਰ ਜਾਣੀ, ਬਹੁਤ ਹੈਰਾਨ ਹੋ ਗਏ ਸ੍ਰੀ ਗੁਰੂ ਜੀ ਦੇ ਮੁਖ ਤੋਂ ਐਸਾ ਉਪਦੇਸ਼ ਸੁਣ ਕਰਕੇ। ਦੁੱਤਿਆ ਇੰਦ ਰਾਕਿੰਦ ਜਿਉ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਹੈ ਉਹ ਤਾਂ ਦੂਜ ਦੇ ਚੰਦਰਮਾ ਦੀ ਤਰ੍ਹਾਂ ਹੈ। ਰਾਕਿੰਦ ਕਹਿੰਦੇ ਆ ਪੂਰਨਮਾਸ਼ੀ ਦੇ ਚੰਦਰਮਾ ਨੂੰ। ਅਗਲੀ ਪੰਕਤੀ 'ਚ ਅਰਥ ਖੁੱਲਦਾ ਏ। ਜੌਨ ਬੈਨ ਇਨ ਕੀਨ। ਸਤਿਗੁਰੂ ਜੀ ਨੇ ਜਿਹੜੇ ਬਚਨ ਕੀਤੇ ਆ ਨਾ, ਉਹ ਤਾਂ ਪੂਰਨਮਾਸ਼ੀ ਦੀ ਚੰਦਰਮਾ ਦੀ ਤਰ੍ਹਾਂ ਕੀਤੇ ਆ, ਤੇ ਦੂਜ ਦੇ ਚੰਦਰਮਾ ਦੀ ਤਰ੍ਹਾਂ ਮਹਾਰਾਜ ਦਾ ਮੁਖ ਸੋਭ ਰਿਹਾ ਏ। ਚੌਪਈ ਚਿਤ ਚਕੋਰ ਰੁਚ ਚਮਕੀ ਚਾਰੂ। ਪਾਂਧਾ ਜੀ ਦਾ ਚਿੱਤ ਚਕੋਰ ਵਾਂਗ ਹੋ ਗਿਆ, ਸਤਿਗੁਰਾਂ ਜੀ ਦੇ ਸਨਮੁਖ ਲੱਗ ਗਿਆ, ਤੇ ਬਹੁਤ ਜ਼ਿਆਦੀ ਆਪਣੇ ਚਿੱਤ ਦੇ ਅੰਦਰ ਨਾ ਇੱਛਾ ਜਿਹੜੀ ਆ ਉਹ ਚਮਕ ਪਈ, ਭਾਗ ਜਾਗ ਪਈ ਇੱਛਾ ਸਤਿਗੁਰੂ ਜੀ ਤੋਂ ਮੁਕਤੀ ਲੈਣ ਵਾਸਤੇ, ਨਿਹਾਲ ਹੋਣ ਵਾਸਤੇ ਪਾਂਧਾ ਜੀ ਸਨਮੁਖ ਹੋ ਗਏ ਗੁਰੂ ਜੀ ਦੇ। ਤੇ ਇਉਂ ਬੜੇ ਹੀ ਮਨ ਦੇ ਅੰਦਰ ਸ਼ਰਧਾ ਭਾਵ ਪ੍ਰਗਟ ਹੋ ਆਈ ਹੈ। ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਲਈ ਬੜੀ ਇੱਛਾ ਮਨ ਦੇ ਅੰਦਰ ਜਾਗ ਪਈ ਹੈ। ਬਾਲਨ ਤੁਲ ਨਾ ਬਾਲ ਅਚਾਰੂ। ਇਹ ਪਾਂਧਾ ਜੀ ਮਨ ਵਿੱਚ ਸੋਚਦੇ ਆ ਕਿ ਬਾਕੀ ਬਾਲਕਾਂ ਦੇ ਤੁਲ ਬਰਾਬਰ ਨਹੀਂ ਹਨ ਇਸ ਬਾਲਕ ਦੇ ਜਿਹੜੇ ਕਰਤੱਵ ਹਨ। ਕਲਾ ਵਿਸਾਲ ਦਇਆਲ ਭਲ ਭਾਂਤੀ। ਬਹੁਤ ਵੱਡੀ ਕਲਾ ਸ਼ਕਤੀ ਦੇ ਸਹਿਤ ਹਨ, ਤੇ
ਭਲੀ ਭਾਂਤ ਇਹ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ, ਬੜੀ ਮਿਹਰ ਦੀ ਨਿਗਾਹ ਨਾਲ ਵੇਖ ਰਹੇ ਆ। ਜਨ ਕਲਮਲ ਕਲ ਬਲ ਆ ਰਾਤੀ। ਜਾਣਨਾ ਕਰੋ ਪਾਂਧਾ ਜੀ ਨੇ ਓਮ ਲੱਗਾ ਕਿ ਜਿਹੜੇ ਕਲਯੁਗ ਦੇ ਵੱਡੇ ਬਲੀ ਪਾਪ ਹਨ ਉਹਨਾਂ ਦੇ ਵੈਰੀ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਉਂ ਪ੍ਰਾਪਤ ਹੋਏ ਸਤਿਗੁਰੂ ਜੀ। ਪਾਂਧਾ ਜੀ ਨੂੰ ਉਹ ਦਿਸ ਰਿਹਾ ਕਿ ਜਿਵੇਂ ਕਲਯੁਗ ਦੇ ਬੜੇ ਬਲੀ ਪ੍ਰਤਾਪੀ ਪਾਪ ਹਨ ਉਹਨਾਂ ਦੇ ਵੈਰੀ ਨਾਸ਼ਕ ਹਨ ਗੁਰੂ ਨਾਨਕ ਸਾਹਿਬ। ਸੂਝ ਪਰੀ ਬੂਝਨ ਹਿਤ ਉਦਤਿਓ। ਜਦੋਂ ਸਮਝ ਪਈ ਨਾ ਪਾਂਧਾ ਜੀ ਨੂੰ ਤੇ ਫਿਰ ਹਜੂਰ ਨੂੰ ਪੁੱਛਣ ਵਾਸਤੇ ਆਪਣੇ ਮੁਖ ਤੋਂ ਪਾਂਧਾ ਜੀ ਬੋਲੇ ਆ। ਕਮਲ ਬਦਨ ਅਲ ਬਚ ਗੁਰ ਵਿਦਤਿਓ। ਕਮਲ ਵਰਗੇ ਮੁਖ ਤੋਂ ਸਤਿਗੁਰੂ ਜੀ ਦੇ ਸਾਹਮਣੇ ਭੌਰੇ ਵਰਗੇ ਸੋਹਣੇ ਬਚਨ ਜਿਹੜੇ ਆ ਉਹ ਪਾਂਧਾ ਜੀ ਨੇ ਪ੍ਰਗਟ ਕੀਤੇ ਆ। ਆਰਜ ਸੁਜਨ ਭਜਨ ਜਲ ਮੀਨਾ। ਕਹਿਣ ਲੱਗੇ ਪਾਂਧਾ ਜੀ ਮਹਾਰਾਜ ਜਿਹੜੇ ਸ੍ਰੇਸ਼ਟ ਭਗਤ ਜਨ ਹਨ ਜਿਨ੍ਹਾਂ ਦਾ ਮਹਾਰਾਜ ਮਨ ਭਜਨ ਰੂਪੀ ਜਲ ਦਾ ਮੱਛ ਬਣਿਆ ਰਹਿੰਦਾ ਏ। ਸੁਨੇ ਸੋ ਦੇਖੇ ਮੈਂ ਅਤ ਦੀਨਾ। ਮਹਾਰਾਜ ਮੈਂ ਸੁਣਿਆ ਵੀ ਹੈ ਤੇ ਵੇਖੇ ਵੀ ਹੈ। ਉਹ ਬੜੇ ਮਹਾਰਾਜ ਗਰੀਬ ਜੇ ਐਵੇਂ ਕੰਗਾਲ ਜੇ ਮੈਂ ਵੇਖੇ ਹਨ। ਉਹਨਾਂ ਬਾਬਤ ਸੁਣਿਆ ਵੀ ਹੈ ਕਿ ਐਵੇਂ ਵਿਚਾਰੇ ਠੋਕਰਾਂ ਖਾਂਦੇ ਤੁਰੇ ਫਿਰਦੇ ਨੇ। ਅਸਨ ਬਸਨ ਤਨ ਪ੍ਰਾਪਤ ਨਾਹੀ। ਨਾ ਹੀ ਤਾਂ ਮਹਾਰਾਜ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਭੋਜਨ ਖਾਣ ਨੂੰ ਪ੍ਰਾਪਤ ਹੁੰਦਾ ਹੈ ਤੇ ਨਾ ਹੀ ਕੱਪੜੇ ਪਹਿਰਨ ਨੂੰ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ। ਆਵਹਿ ਖਾਹੇ ਰੰਕ ਸੇ ਆਹੀ। ਜੋ ਆ ਜਾਵੇ ਸੁਤੇ ਉਹ ਹੀ ਖਾ ਲੈਂਦੇ ਆ ਤੇ ਕੰਗਾਲਾਂ ਜੇ ਵਰਗੇ ਦਿਸਦੇ ਰਹਿੰਦੇ ਆ ਹਰ ਵੇਲੇ। ਇਸ ਕਰ ਮੁਰ ਔਰ ਸ਼ਰਧਾ ਹਾਰੀ। ਇਸ ਕਰਕੇ ਮਹਾਰਾਜ ਮੇਰੇ ਹਿਰਦੇ ਵਿੱਚੋਂ ਸ਼ਰਧਾ ਜਿਹੜੀ ਆ ਨਾ ਉਹ ਹਾਰ ਗਈ ਹੈ, ਭਾਵ ਸ਼ਰਧਾ ਨਾਸ਼ ਹੋ ਗਈ ਹੈ। ਇਉਂ ਹੀ ਸੋਚਦੇ ਆ ਨਾ ਕਈ ਕਿ ਜੇ ਭਜਨ ਕਰਨ ਲੱਗ ਗਏ ਤੇ ਕੰਗਾਲ ਹੋ ਜਾਾਂਗੇ ਤੇ ਜੇ ਕੱਲਾ ਭਲਾ ਨਾਮ ਹੀ ਜਪੀ ਜਾਈਏ ਤੇ ਫਿਰ ਸਾਨੂੰ ਖਾਣ ਨੂੰ ਕੌਣ ਦੇਊਗਾ, ਪਹਿਰਨ ਨੂੰ ਕੱਪੜੇ ਕੌਣ ਦੇਊਗਾ। ਪਾਂਧਾ ਜੀ ਨੇ ਵੀ ਇਉਂ ਮਹਾਰਾਜ ਦੇ ਸਾਹਮਣੇ ਇਹ ਬੇਨਤੀ ਕੀਤੀ ਹੈ, ਪ੍ਰਸ਼ਨ ਕੀਤਾ ਹੈ ਕਿ ਮਹਾਰਾਜ ਆਪ ਭਜਨ ਦਾ ਏਡਾ ਪ੍ਰਤਾਪ ਦੱਸ ਰਹੇ ਹੋ, ਨਾਮ ਦੀ ਮਹਿਮਾ ਏਡੀ ਵੱਡੀ ਦੱਸ ਰਹੇ ਹੋ, ਪਰ ਮੈਂ ਤਾਂ ਜਿੰਨੇ ਵੀ ਵੇਖੇ ਐ ਭਜਨ ਕਰਦੇ ਹੋਏ ਸ੍ਰੇਸ਼ਟ ਭਗਤ ਜਿਹੜੇ ਅਖਵਾਉਂਦੇ ਐ ਤਾਂ ਮਹਾਰਾਜ ਰੁਲਦੇ ਫਿਰਦੇ ਐ, ਕੱਪੜਾ ਪਾਉਣ ਨੂੰ ਨਹੀਂ ਮਿਲਦਾ, ਖਾਣ ਨੂੰ ਭੋਜਨ ਨਹੀਂ ਮਿਲਦਾ। ਉਹਨਾਂ ਨੂੰ ਦੁਖੀ ਤੇ ਕੰਗਾਲਾਂ ਵਰਗੇ ਵੇਖ ਕੇ ਭਜਨ ਵੱਲੋਂ ਇਸ ਕਰਕੇ ਮੇਰੇ ਮਨ ਤੋਂ ਸ਼ਰਧਾ ਜਿਹੜੀ ਆ ਉਹ ਨਾਸ਼ ਹੋ ਗਈ ਹੈ। ਸਿਰ ਮਰਨਾ ਸਭਹਿਨ ਇੱਕ ਸਾਰੀ। ਤੇ ਸਿਰ ਦੇ ਉੱਤੇ ਮਰਨਾ ਤਾਂ ਸਾਰਿਆਂ ਦੇ ਉੱਤੇ ਇੱਕੋ ਜਿਹਾ ਏ। ਦੋਹਰਾ ਧਰਾ ਧੀਰ ਦਾ ਧਰਮ ਧੁਰ। ਧਰਤੀ ਨੂੰ ਧੀਰਜ ਦੇਣ ਵਾਲੇ ਤੇ ਧਰਮ ਦਾ ਧੁਰਾ, ਧਰਮ ਦਾ ਆਸਰਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਪਾਦੇ ਕੇ ਸੁਨ ਬੈਨ। ਪਾਂਧਾ ਜੀ ਦੇ ਜਦੋਂ ਮਹਾਰਾਜ ਬਚਨ ਸੁਣੇ ਨੇ, ਦੁੱਤੇ ਸ਼ਬਦ ਪਦ ਬਦਨ ਤੇ। ਸਤਿਗੁਰੂ ਜੀ ਮਹਾਰਾਜ ਸ਼ਬਦ ਦਾ ਦੂਸਰਾ ਪਦ ਆਪਣੇ ਸ਼੍ਰੀ ਕੰਠ ਤੋਂ ਗਰੀਬ ਨਵਾਜ ਸ਼੍ਰੀ ਮੁਖ ਤੋਂ ਉਚਾਰਨ ਲੱਗੇ। ਬਦਤੰ ਸ਼ਰਧਾ ਦੈਨ। ਕਥਨ ਕੀਤਾ ਸ਼ਬਦ ਦਾ ਦੂਸਰਾ ਪਦ ਪਾਂਧਾ ਜੀ ਨੂੰ ਸ਼ਰਧਾ ਦੇ ਦੇਣ ਲਈ। ਸ੍ਰੀ ਮੁਖ ਵਾਕ ਜਿੱਥੈ ਮਿਲਹਿ ਵਡਿਆਈਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿੱਥੇ ਪਰਲੋਕ ਦੇ ਵਿੱਚ ਪਾਂਧਾ ਜੀ ਜਦੋਂ ਵਾਹਿਗੁਰੂ ਦੇ ਨਾਮ ਜਪਣ ਵਾਲੇ ਜਾਂਦੇ ਆ ਨਾ ਉਹਨਾਂ ਨੂੰ ਫਿਰ ਉੱਥੇ ਵਡਿਆਈਆਂ ਮਿਲਦੀਆਂ ਨੇ, ਬੜਾ ਭਾਰੀ ਸਤਿਕਾਰ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਮ ਜਪਣ ਵਾਲਿਆਂ ਦੀ ਬਾਬਤ ਜਿਹੜੇ ਧਰਮ ਯੁੱਧ ਵਿੱਚ ਪੁਰਸ਼ਾਰਥ ਕਰਦੇ ਆ ਉਹਨਾਂ ਦੀ ਬਾਬਤ ਦੱਸਿਆ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਕਿ ਉਹਨਾਂ ਨਾਲ ਕਿੱਡਾ ਵੱਡਾ ਸਤਿਕਾਰ ਹੁੰਦਾ, ਕਿੱਡੀਆਂ ਵੱਡੀਆਂ ਵਡਿਆਈਆਂ ਮਿਲਦੀਆਂ। ਜਦੋਂ ਸ਼ੰਗੋ ਸ਼ਾਹ ਜੀ ਮਹਾਰਾਜ ਦੇ ਭੂਆ ਜੀ ਦੇ ਵੱਡੇ ਪੁੱਤਰ ਭੰਗਾਣੀ ਦੇ ਯੁੱਧ ਵਿੱਚ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਤਾਂ ਮਹਾਰਾਜ ਨੇ ਆਪਣੀ ਕਲਮ ਨਾਲ ਲਿਖਿਆ, ਮਾਰ ਨਜਾਵਤ ਖਾਨ ਕੋ ਸੰਗੋ ਜੁਝੈ ਜੁਝਾਰ ਹੈ ਇਹ ਲੋਕ ਕਹਿ ਭਇਓ ਸੁਰਗ ਲੋਕ ਜੈਕਾਰ। ਜੈ ਜੈਕਾਰ ਦੇ ਡੰਕੇ ਵੱਜਦੇ ਆ ਉਹਨਾਂ ਦੇ, ਐਡਾ ਪ੍ਰਤਾਪ ਹੁੰਦਾ ਹੈ। ਉਹਨਾਂ ਦੀਆਂ ਵਡਿਆਈਆਂ ਜਿਹੜੀਆਂ ਹਨ ਉਹ ਪਰਲੋਕ ਵਿੱਚ ਵੀ ਕੀਤੀਆਂ ਜਾਂਦੀਆਂ, ਵੱਡਾ ਹੀ ਉਹਨਾਂ ਦਾ ਜਸ ਫੈਲਦਾ ਹੈ। ਸਦ ਖੁਸ਼ੀਆ ਸਦ ਚਾਓ। ਸਦਾ ਹੀ ਉਹਨਾਂ ਨੂੰ ਖੁਸ਼ੀਆਂ ਹੁੰਦੀਆਂ, ਸਦਾ ਉਹਨਾਂ ਨੂੰ ਉਤਸ਼ਾਹ ਹੁੰਦਾ ਹੈ।
ਨਾਮ ਜਪਣ ਵਾਲਿਆਂ ਨੂੰ ਕਦੇ ਝੋਰਾ ਨਹੀਂ ਹੁੰਦਾ, ਕਦੇ ਚਿੰਤਾ ਨਹੀਂ ਹੁੰਦੀ। ਕੀ ਆ ਪਾਂਦਾ ਜੀ, ਜੇ 4 ਚੰਗੇ ਛਿਲਕ ਦੇ ਕੱਪੜੇ ਪਾ ਲਏ ਐ ਤੇ ਬਹੁਤੇ ਸੋਹਣੇ ਪਦਾਰਥ ਖਾ ਲਏ ਐ ਤੇ ਰੋਗਾਂ ਨਾਲ ਹਾਏ ਹਾਏ ਕਰਦੇ, ਵਿਕਾਰਾਂ ਨਾਲ ਅੰਦਰੋਂ ਪੀੜਤ ਮਰ ਰਹੇ ਐ, ਕੀ ਸੁਖੀ ਐ? ਅਤ ਦੁਖੀ ਐ। ਰੱਬ ਦੇ ਪਿਆਰੇ ਨਾਮ ਜਪਦੇ ਐ, ਪਰ ਰੱਬ ਦੇ ਸਾਕਰ ਬਣ ਕੇ ਜੋ ਆ ਜਾਂਦਾ ਹੈ ਉਹ ਖਾ ਕੇ ਭਜਨ ਕਰਦੇ ਰਹਿੰਦੇ ਐ। ਜੋ ਤਨ ਤੇ ਪਹਿਰਨ ਨੂੰ ਮਿਲੇ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਮਨ ਕਰਕੇ ਖੁਸ਼ ਰਹਿੰਦੇ ਐ। ਸਦਾ ਹੀ ਉਹਨਾਂ ਦੇ ਅੰਦਰ ਮਹਾਰਾਜ ਕਹਿੰਦੇ ਐ ਸਦ ਖੁਸ਼ੀਆਂ ਸਦ ਚਾਓ, ਸਦਾ ਹੀ ਖੁਸ਼ੀਆਂ ਹੁੰਦੀਆਂ, ਸਦਾ ਆਨੰਦ ਰਹਿੰਦਾ, ਸਦਾ ਹੀ ਚਾਅ ਬਣਿਆ ਰਹਿੰਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਦਿਨ ਮੁਖ ਟਿੱਕੇ ਨਿਕਲਹਿ। ਉਹਨਾਂ ਦੇ ਮਸਤਕ ਦੇ ਉੱਤੇ ਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਸ ਰੂਪੀ ਟਿੱਕਾ ਜਿਹੜਾ ਹੈ ਉਹ ਕੱਢਿਆ ਜਾਂਦਾ ਹੈ। ਭਾਰੀ ਜਸ ਉਹਨਾਂ ਦਾ ਹੁੰਦਾ ਹੈ ਲੋਕ ਪਰਲੋਕ ਵਿੱਚ। ਜਿਨ ਮਨ ਸੱਚਾ ਨਾਉ, ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਵਸਿਆ ਹੈ ਵਾਹਿਗੁਰੂ ਦਾ, ਕਰਮ ਮਿਲੈ ਤਾ ਪਾਈਐ। ਮਹਾਰਾਜ ਕਹਿੰਦੇ ਕਰਮ ਬਖਸ਼ਿਸ਼ ਹੋਵੇ ਨਾ ਵਾਹਿਗੁਰੂ ਦੀ ਤੇ ਤਾਂ ਪੂਰੇ ਗੁਰੂ ਜੀ ਦਾ ਮਿਲਾਪ ਹੁੰਦਾ ਹੈ। ਤੇ ਫਿਰ ਪੂਰੇ ਗੁਰੂ ਜੀ ਦਾ ਜਦੋਂ ਮੇਲ ਹੋਵੇ ਤਾਂ ਫਿਰ ਨਾਮ ਪਾਈਐ, ਨਾਮ ਫਿਰ ਪ੍ਰਾਪਤ ਹੁੰਦਾ ਜੀਵ ਨੂੰ। ਵਡਭਾਗੇ ਜੀਵ ਨੂੰ ਤਾਂ ਨਾਮ ਦੀ ਦਾਤ ਮਿਲਦੀ ਐ। ਨਾਹੀ ਗੱਲੀ ਵਾਓ ਦੁਆਓ, ਨਹੀਂ ਤਾਂ ਜਿਹੜੀਆਂ ਗੱਲਾਂ ਮਾਰਨੀਆਂ ਨਾ ਕਿ ਮੇਰੀ ਤਾਂ ਬੜੀ ਦਸਮ ਦਵਾਰ ਵਿੱਚ ਸੁਰਤ ਲੱਗਦੀ ਐ, ਸਾਡੀ ਤਾਂ ਬੜੀ ਸਮਾਧੀ ਲੱਗਦੀ ਐ, ਹੈ ਜੇ ਪਖੰਡੀ ਆ ਬਹੁਤ ਮਿਲ ਜਾਂਦੇ ਐ। ਸੋਸ਼ਲ ਮੀਡੀਆ ਤੇ ਵੀ ਬਥੇਰੇ ਕਹਿੰਦੇ ਅਸੀਂ ਹੀ ਮਹਾਰਾਜ ਹਾਂ। ਸੋ ਆਪਣੇ ਆਪ ਨੂੰ ਕਹਿੰਦੇ ਐ ਕਿ ਸਣ ਜੁੱਤੇ ਸਣ ਕੱਪੜੀ, ਕਹਿੰਦੇ ਮੈਂ ਤਾਂ ਖੁਦਾ ਦਾ ਹੀ ਰੂਪ ਹਾਂ, ਭੂਲ ਕੇ ਔਰ ਕੋ ਨਾਮ ਨਾ ਲੀਜੈ, ਧਿਆਨ ਧਰੋ ਮੇਰੋ ਨਿਸਬਾਸਰ। ਰਾਤ ਦਿਨ ਕਹਿੰਦਾ ਮੇਰਾ ਹੀ ਧਿਆਨ ਕਰੋ, ਹੋਰ ਕਿਸੇ ਦਾ ਨਾਮ ਹੀ ਨਾ ਲਹੋ। ਇਹੋ ਜਿਹੇ ਪਖੰਡੀ ਗੱਲਾਂ ਕਰਨ ਵਾਲੇ ਤਾਂ ਬਥੇਰੇ ਮਿਲ ਜਾਂਦੇ ਐ, ਪਰ ਨਾਮ ਦੀ ਦਾਤ ਹਜੂਰ ਕਹਿੰਦੇ ਪੂਰੇ ਗੁਰੂ ਜੀ ਤੋਂ ਪ੍ਰਾਪਤ ਹੁੰਦੀ ਹੈ। ਜਦੋਂ ਮਿਹਰ ਹੋਵੇ ਨਿਰੰਕਾਰ ਦੀ, ਕਰਮ ਬਖਸ਼ਿਸ਼ ਹੋਵੇ, ਕਰਮ ਮਸਤਕ ਤੇ ਲਿਖ ਦਿੱਤਾ ਹੋਵੇ, ਫਿਰ ਪੂਰੇ ਗੁਰੂ ਜੀ ਦੀ ਸ਼ਰਨ ਵਿੱਚ ਜੀਵ ਆ ਜਾਂਦਾ ਹੈ ਤੇ ਉੱਥੇ ਪ੍ਰਾਪਤੀ ਹੁੰਦੀ ਹੈ ਫਿਰ ਨਾਮ ਦੀ। ਨਾ ਹੀ ਗੱਲੀ ਵਾਓ ਦਵਾਓ, ਨਹੀਂ ਤੇ ਕਿਸੇ ਨੂੰ ਜਿਹੜਾ ਹੈ ਹੰਕਾਰ ਨਾਲ ਕਹਿੰਦੇ ਦੁਆਵਾਂ ਦੇਈ ਜਾਣੀਆਂ ਵੀ ਤੂੰ ਮੇਰਾ ਸੇਵਕ ਹੈ, ਕਿਸੇ ਨੂੰ ਸ਼ਰਾਪ ਦੇ ਦੇਣਾ, ਡਰਾਉਣਾ ਕਿ ਮੈਂ ਤੈਨੂੰ ਸ਼ਰਾਪ ਦੇ ਦੂੰਗਾ। ਇਸ ਤਰ੍ਹਾਂ ਇਹ ਤਾਂ ਹਵਾ ਦੇ ਖੜਾਕੇ ਵਰਗੀਆਂ ਹੀ ਗੱਲਾਂ ਹਨ। ਜਿਵੇਂ ਪੱਤੇ ਨਹੀਂ ਖੜਕਦੇ ਹਵਾ ਦੇ ਚੱਲਣੇ ਕਰਕੇ, ਹੋਣਾ ਤਾਂ ਕੀ ਹੁੰਦਾ ਹੈ, ਬਸ ਖੜਾਕ ਹੀ ਹੁੰਦਾ ਹੈ, ਬਸ ਆਵਾਜ਼ ਦਾ, ਹੋਰ ਤਾਂ ਕੁਝ ਵੀ ਨਹੀਂ ਹੋ ਸਕਦਾ ਹੈ। ਜਿਹੜੇ ਗੁਰਮੁਖ ਵਾ ਉਹਨਾਂ ਨੂੰ ਨਾ ਕਿਸੇ ਦਾ ਵਰ ਚਾਹੀਦਾ, ਨਾ ਕਿਸੇ ਦੇ ਸ਼ਰਾਪ ਤੋਂ ਭੈ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਨਾਮ ਦੀ ਪ੍ਰਾਪਤੀ ਤੋਂ ਬਿਨਾ ਗੱਲਾਂ ਕਰਨੀਆਂ, ਐਵੇਂ ਝੱਖਾਂ ਮਾਰਦੇ ਰਹਿਣਾ, ਇਹ ਮਹਾਰਾਜ ਕਹਿੰਦੇ ਐਵੇਂ ਹਵਾ ਦੇ ਖੜਾਕੇ ਦੀ ਤਰ੍ਹਾਂ ਹੀ ਹੈ। ਚਾਉ ਪਈ ਨਹਿ ਪਾਂਦਾ ਔਰ ਧਾਰੋ ਐਸੇ। ਹੁਣ ਇਸ ਦਾ ਫਿਰ ਵਿਸਥਾਰ ਕਰਦੇ ਆ ਕਵੀਰਾਜ ਜੀ। ਹਜੂਰ ਕੀ ਕਹਿੰਦੇ ਆ ਪਾਂਦਾ ਜੀ ਨੂੰ? ਮਹਾਰਾਜ ਫਰਮਾਉਂਦੇ ਹਨ, ਨਹਿ ਪਾਂਦਾ ਔਰ ਧਾਰੋ ਐਸੇ। ਇਹ ਪਾਂਦਾ ਜੀ ਹਿਰਦੇ ਵਿੱਚ ਇਸ ਤਰ੍ਹਾਂ ਨਾ ਧਾਰਨਾ ਕਰੋ, ਭਾਵ ਹਿਰਦੇ ਵਿੱਚ ਇਸ ਤਰ੍ਹਾਂ ਨਾ ਸਮਝਣਾ ਕਰੋ। ਅਗਿਆਨੀ ਨਰ ਮਰ ਹੈ ਜੈਸੇ। ਜਿਸ ਤਰ੍ਹਾਂ ਅਗਿਆਨੀ ਲੋਕ ਜਿਹੜੇ ਆ ਸੰਸਾਰ ਦੇ ਅੰਦਰ ਵਿਸ਼ੇ ਭੋਗ ਕੇ ਮਰ ਜਾਂਦੇ ਆ, ਸਹਿ ਸ਼ੋਕਨ ਸੋ ਮਰਨਾ ਤਿਨ ਕੋ। ਉਹਨਾਂ ਦਾ ਮਰਨਾ ਸਹਿਤ ਦੁੱਖ ਦੇ ਹੁੰਦਾ ਹੈ, ਸਹਿਤ ਸ਼ੋਕ ਦੇ ਹੁੰਦਾ ਹੈ। ਕਲਪਦੇ ਹੀ ਰਹਿੰਦੇ ਆ, ਜਿਉਂਦੇ ਵੀ ਦੁਖੀ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ, ਇਉਂ ਹੀ ਮਰ ਜਾਂਦੇ ਸੰਸਾਰ ਤੋਂ ਰੋਂਦੇ ਕਰਲਾਉਂਦੇ ਹੀ। ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਉਹਨਾਂ ਸਾਰਿਆਂ ਨੂੰ ਜਨਮ ਤੇ ਜਨਮ ਪ੍ਰਾਪਤ ਹੋਇਆ ਚਲਿਆ ਜਾਂਦਾ ਹੈ, ਬਾਰ-ਬਾਰ ਜੂਨਾਂ ਵਿੱਚ ਜਾਂਦੇ ਐ। ਜਿਹੋ ਜੀ ਵਾਸ਼ਨਾ ਫਿਰ ਉਧਰ ਨੂੰ ਚਲੇ ਜਾਂਦੇ। ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਬਾਰ-ਬਾਰ ਫਿਰ ਉਧਰਲੀਆਂ ਜੂਨਾਂ ਵਿੱਚ ਜਾਈ ਜਾਂਦੇ ਐ। ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਬਾਰ-ਬਾਰ ਫਿਰ ਇਹੋ ਜੀਆਂ ਟੇਢੀਆਂ ਜੂਨਾਂ ਵਿੱਚ ਮਹਾਰਾਜ ਕਹਿੰਦੇ ਮਰ ਮਰ ਕੇ ਜਾਂਦੇ ਐ। ਇੱਥੇ ਬੜੇ ਸੋਹਣੇ ਕੱਪੜੇ ਪਾਏ, ਬੜੇ ਸੋਹਣਾ ਹੰਡਾਇਆ, ਭੋਗਾਂ ਨੂੰ ਭੋਗਦੇ ਫਸੇ ਹੋਏ ਤੇ ਭਜਨ ਕਰਨ ਵਾਲਿਆਂ ਨੂੰ ਮਖੌਲ ਕਰਦੇ, ਕਹਿੰਦੇ ਐਵੇਂ ਕੰਗਾਲ ਜਿਹਾ ਕਿੱਧਰ ਤੁਰਿਆ ਫਿਰਦਾ ਹੈ।
ਪਰ ਹਜੂਰ ਕਹਿੰਦੇ ਆ ਬਹੁਤ ਦੁਖੀ ਹੁੰਦੇ ਆ ਐਸੇ ਲੋਕ, ਮਨ ਦਾ ਸੁੱਖ ਨਹੀਂ ਉਹਨਾਂ ਨੂੰ ਹੁੰਦਾ ਹੈ, ਤੇ ਬਹੁਤੇ ਮਨ ਕਰਕੇ ਪਰੇਸ਼ਾਨ ਮਰ ਜਾਂਦੇ ਆ, ਤੇ ਮਰ ਮਰ ਕੇ ਫਿਰ ਜੂਨੀਆਂ ਵਿੱਚ ਵਾਸ਼ਨਾ ਦੇ ਸਹਿਤ ਉਹਨਾਂ ਜੂਨਾਂ ਵਿੱਚ ਆ ਕੇ ਭਟਕਦੇ ਰਹਿੰਦੇ ਆ। ਨਿਤ ਚਿਤ ਹਰਖਤ ਸੰਤ ਸੁਖੈਨਾ। ਤੇ ਜਿਹੜੇ ਸੰਤ ਵੈ ਉਹ ਨਿਤਾ ਪ੍ਰਤੀ ਚਿੱਤ ਵਿੱਚ ਹਰਖਤ ਖੁਸ਼ ਰਹਿੰਦੇ ਆ, ਕਿਉਂਕਿ ਉਹਨਾਂ ਦੇ ਅੰਦਰ ਆਤਮਿਕ ਸੁੱਖ ਵੈ, ਅੰਦਰ ਉਹਨਾਂ ਦਾ ਟਿਕਿਆ ਹੋਇਆ ਹੈ, ਅੰਦਰੋਂ ਉਹਨਾਂ ਦੇ ਮਨ ਵਿੱਚ ਸ਼ਾਂਤੀ ਹੈ। ਹੁਣ ਜਿਹੜਾ ਅੰਦਰੋਂ ਹੀ ਦੁਖੀ ਹੈ ਤੇ ਬਾਹਰੋਂ ਭਾਵੇਂ ਉਹਨੂੰ ਹੁਣ ਰੇਸ਼ਮ ਦੇ ਕੱਪੜੇ ਪਹਿਨਣ ਨੂੰ ਦੇ ਦਿਓ ਸੁਖੀ ਹੋ ਜਾਏਗਾ, ਭਾਵੇਂ ਕਿੰਨੇ ਉਹਨੂੰ ਪਦਾਰਥ ਖਾਣ ਨੂੰ ਦੇ ਦਿਓ ਸੁਖੀ ਹੋ ਜਾਏਗਾ, ਨਹੀਂ ਹੋ ਸਕਦਾ ਨਾ। ਤੇ ਜਿਹੜਾ ਅੰਦਰੋਂ ਹੀ ਸੁਖੀ ਹੈ, ਅੰਦਰ ਹੀ ਟਿਕਿਆ ਹੋਇਆ, ਭਾਵੇਂ ਕੱਪੜੇ ਥੋੜੇ ਵੀ ਪਹਿਨਣ ਨੂੰ ਮਿਲੇ ਆ, ਖਾਣ ਨੂੰ ਭਾਵੇਂ ਥੋੜਾ ਸਾਦਾ ਹੀ ਭੋਜਨ ਹੈ, ਤੇ ਉਹ ਆਨੰਦ 'ਚ ਹੈ, ਸੁੱਖ ਵਿੱਚ ਹੈ। ਮਹਾਰਾਜ ਕਹਿੰਦੇ ਹਨ ਨਿਤ ਚਿਤ ਹਰਖਤ ਸੰਤ ਸੁਖੈਨਾ। ਜਿਹੜੇ ਸੰਤ ਵੈ ਨਾ ਉਹ ਸੁਖੈਨਾ ਸੁੱਖ ਦੇ ਸਹਿਤ ਹੈ, ਨਿਤ ਪ੍ਰਤੀ ਚਿੱਤ ਵਿੱਚ ਹਰਖਤ ਖੁਸ਼ ਰਹਿੰਦੇ ਆ, ਖਿੜੇ ਰਹਿੰਦੇ ਆ। ਜਮ ਦੂਤਨ ਤੇ ਤਿੰਨ ਮਨ ਭੈ ਨਾ। ਜਮ ਦੂਤਾਂ ਤੋਂ ਉਹਨਾਂ ਦੇ ਮਨ ਵਿੱਚ ਭੈ ਹੀ ਹੈ ਨਹੀਂ, ਡਰ ਹੀ ਹੈ ਨਹੀਂ। ਕਿਉਂ ਡਰਨਾ ਹੈ? ਡਰੇ ਜੇ ਪਾਪ ਕਮਾਵਦਾ ਧਰਮੀ ਬਗਸੇਤ, ਉਹ ਨਹੀਂ ਡਰਦੇ ਰੱਬ ਦੇ ਪਿਆਰੇ, ਭੈ ਨਹੀਂ ਹੈ ਉਹਨਾਂ ਦੇ ਮਨ ਦੇ ਅੰਦਰ। ਤੇ ਜਿਹੜਾ ਇੰਨੇ ਪਦਾਰਥ ਖਾਈ ਜਾਂਦਾ, ਭੋਗੀ ਜਾਂਦਾ ਹੈ, ਸਦਾ ਜ਼ਿੰਦਗੀ ਡਰ 'ਚ ਹੀ ਬਤੀਤ ਹੁੰਦੀ ਹੈ। ਸੋ ਜਿਹੜਾ ਹੈ ਪਦਾਰਥਾਂ ਦੀ ਨਾ ਪ੍ਰਾਪਤੀ ਹੋਵੇ ਤਾਂ ਡਰਨ ਲੱਗ ਜਾਂਦਾ ਹੈ, ਕੀ ਕਰਾਂਗੇ, ਕਿਵੇਂ ਹੋਊਗਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਗਤ ਸੰਤ ਮਹਾਂਪੁਰਖ ਨਾਮ ਜਪਣ ਵਾਲੇ ਸਦਾ ਖੇੜੇ ਦੇ ਸਹਿਤ ਰਹਿੰਦੇ ਆ, ਖੁਸ਼ ਰਹਿੰਦੇ ਹਨ। ਸਦ ਖੁਸ਼ੀਆ ਚਿਤ ਚਾਉ ਕਨੇਰਾ। ਸਦਾ ਹੀ ਖੁਸ਼ੀਆਂ ਉਹਨਾਂ ਦੇ ਅੰਦਰ ਹੁੰਦੀਆਂ, ਚਿੱਤ ਦੇ ਅੰਦਰ ਬਾਹਲਾ ਹੀ ਚਾਅ ਹੁੰਦਾ ਹੈ, ਕਦੇ ਝੋਰਾ ਨਹੀਂ ਹੁੰਦਾ, ਕਦੇ ਗਮੀ ਨਹੀਂ ਹੁੰਦੀ, ਸਦਾ ਹੀ ਚਿੱਤ ਦੇ ਅੰਦਰ ਚਾਅ ਤੇ ਖੇੜਾ ਬਣਿਆ ਰਹਿੰਦਾ ਏ। ਜਪਤ ਨਾਮ ਹਰ ਹੇਰਿ ਨੇਰਾ। ਜਦੋਂ ਜਪਦੇ ਆ ਨਾਮ, ਵਾਹਿਗੁਰੂ ਨੂੰ ਵੇਖਦੇ ਆ ਆਪਣੇ ਨੇੜੇ, ਕੋਲ ਸਮਝਦੇ ਆ ਪਰਮੇਸ਼ਰ ਨੂੰ। ਕਹਿ ਰਵਿਦਾਸ ਹਾਥ ਪੈ ਨੇਰਾ, ਸਹਜੇ ਹੋਏ ਸੋ ਹੋਈ। ਵਾਹਿਗੁਰੂ ਨੂੰ ਨਾਮ ਜਪਦੇ ਹੋਏ ਆਪਣੇ ਕੋਲ ਹੀ ਸਮਝ ਲੈਂਦੇ ਆ। ਚਿਤ ਅਚਿੰਤ ਤਨ ਤਜ ਜਬ ਜਾਈ। ਚਿੱਤ ਦੇ ਅੰਦਰ ਅਚਿੰਤ ਰਹਿੰਦੇ ਆ, ਜਦੋਂ ਆਪਣਾ ਤਨ ਸਰੀਰ ਛੱਡ ਕਰਕੇ ਉਹ ਜਾਂਦੇ ਆ ਇਸ ਮਾਤ ਲੋਕ ਨੂੰ, ਜਦੋਂ ਤਿਆਗਦੇ ਹਨ। ਆਗੇ ਮਿਲਹਿ ਤਿਨਹਿ ਵਡਿਆਈ। ਅੱਗੇ ਫਿਰ ਉਹਨਾਂ ਨੂੰ ਬਹੁਤ ਭਾਰੀ ਵਡਿਆਈ ਮਿਲਦੀ ਹੈ, ਬਹੁਤ ਉਹਨਾਂ ਦਾ ਜਸ ਹੁੰਦਾ ਏ। ਜਸ ਕੇ ਨਿਕਸਹਿ ਮਸਤਕ ਟੀਕਾ। ਉਹਨਾਂ ਦੇ ਅੰਤःਕਰਨ ਰੂਪੀ ਮਸਤਕ ਦੇ ਉੱਤੇ ਜਸ ਦਾ ਟਿੱਕਾ ਦਿੱਤਾ ਜਾਂਦਾ ਹੈ, ਜਸ ਦਾ ਤਿਲਕ ਕੱਢਿਆ ਜਾਂਦਾ ਹੈ, ਭਾਵ ਉਹ ਵੱਖਰੇ ਪਹਿਚਾਣੇ ਜਾਂਦੇ ਆ। ਭਾਰੀ ਜਸ ਉਹਨਾਂ ਦਾ ਹੁੰਦਾ, ਡੰਕੇ ਖੜਕਦੇ ਉਹਨਾਂ ਦੇ ਨਾਮ ਦੇ। ਸੋ ਜਨ ਭਜਨ ਮਹਿ ਜਿਨ ਮਨ ਨੀਕਾ। ਉਹ ਸ੍ਰੇਸ਼ਟ ਜਨ ਜਿਨ੍ਹਾਂ ਦਾ ਮਨ ਚੰਗੀ ਤਰ੍ਹਾਂ ਭਜਨ ਵਿੱਚ ਲੱਗਿਆ ਹੋਇਆ ਹੈ, ਵਾਹਿਗੁਰੂ ਦੇ ਭਜਨ ਵਿੱਚ ਪ੍ਰੀਤ ਕਰਦੇ ਹਨ। ਦੋਹਰਾ ਸ੍ਰੀ ਪਰਮੇਸ਼ਰ ਅਤ ਦਇਆ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼੍ਰੀ ਜੋ ਸ਼੍ਰੋਮਣੀ ਹੈ, ਪਰਮੇਸ਼ਰ ਸਭ ਤੋਂ ਵੱਡਾ ਅਤ ਦਇਆ ਦਾ ਸਰੂਪ ਹੈ। ਜਿਹ ਨਰ ਪ੍ਰਾਪਤ ਨਾਮ। ਜਿਸ ਨਰ ਮਨੁੱਖ ਨੂੰ ਐਸੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਵੇ। ਬਾਤੈ ਬਕਨੀ ਬਦਨ ਤੇ। ਮਹਾਰਾਜ ਕਹਿੰਦੇ ਉਹ ਹੀ ਮਹਾਨ ਹੈ, ਬਾਕੀ ਗੱਲਾਂ ਕਰਨੀਆਂ ਜਿਹੜੀਆਂ ਮੂੰਹ ਤੋਂ ਕਿ ਅਸੀਂ ਤਾਂ 108 ਬ੍ਰਹਮ ਗਿਆਨੀ ਆ, ਇਹ ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਕਰਨੀਆਂ ਹਨ। ਬਾਤ ਸਰਸ ਬਿਨ ਕਾਮ। ਉਹ ਐਵੇਂ ਨਕੰਮੀਆਂ ਹੀ ਆ, ਬਿਨਾਂ ਕੰਮ ਤੋਂ ਫਜ਼ੂਲ ਹੀ ਗੱਲਾਂ ਹਨ। ਸੱਚੇ ਪਾਤਸ਼ਾਹ ਕਹਿੰਦੇ ਹਵਾ ਦੇ ਸਰਸ ਸੁਦਰਸ਼ੀ ਹਨ, ਐਵੇਂ ਖੜਾਕਾ ਹੀ ਕਰਦੇ ਰਹਿੰਦੇ ਐ, ਚਾਰਕ ਨੂੰ ਡਰਾ ਲੈਂਦੇ ਐ, ਤੇ ਮਗਰ ਚਿਮਚੇ ਚਾਰਕ ਲਾ ਕੇ ਉਹ ਆਪ ਨਾ ਭਾਵੇਂ ਮੁਖ ਤੋਂ ਬਾਬਾ ਜੀ ਕਹਿਣ ਕਿ ਮੈਂ ਬ੍ਰਹਮ ਗਿਆਨੀ ਆ, ਉਹ ਚਾਰਕ ਚਿਮਚੇ ਹੀ ਇਕੱਠੇ ਕੀਤੇ ਬ੍ਰਹਮ ਗਿਆਨੀ ਬਣਾ ਛੱਡਦੇ ਐ, ਤੇ ਬੜੀਆਂ ਉੱਚੀਆਂ ਉੱਚੀਆਂ ਜੀਆਂ ਗੱਲਾਂ ਕਰਕੇ ਕੰਨੀ ਪਾਉਂਦੇ ਐ। ਨਾਮ ਹੀ ਵਿਚਾਰੇ ਨੂੰ ਹੋਵੇ ਕੋਈ ਭਾਵ ਤਾਂ ਵੀ ਭਾਵ ਫੁਰਿਆ ਹੀ ਰਹਿੰਦਾ ਕਿ ਮੈਂ ਤਾਂ ਪੂਰਨੀ ਸੰਤ ਵਾਂ, ਕਿਉਂਕਿ ਉਹ ਨਾਲ ਝੋਲੀ ਚੁੱਕ ਨਹੀਂ ਛੱਡਦੇ ਹਨ। ਇਹ ਜਿਹੜੀਆਂ ਗੱਲਾਂ ਇਹੋ ਜੀਆਂ ਕਰਨੀਆਂ ਜਾਂ ਸੁਣਨੀਆਂ, ਸੱਚੇ ਪਾਤਸ਼ਾਹ ਕਹਿੰਦੇ ਐਵੇਂ ਨਕੰਮੀਆਂ ਹੀ ਗੱਲਾਂ, ਵਾਹਿਗੁਰੂ ਦੀ ਪ੍ਰੀਤ ਨਹੀਂ ਲੱਗਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਿਆ ਦ੍ਰਿੜਾਈ ਹੈ। ਅੱਗੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੂੰ ਹੁਣ ਪ੍ਰਸ਼ਨ ਕਰਨਗੇ, ਫਿਰ ਪਾਂਦਾ ਜੀ ਜਿਵੇਂ ਪ੍ਰਸ਼ਨ ਕਰਨਗੇ ਨਾਲ ਉਸ ਦਾ ਉੱਤਰ ਹੋਵੇਗਾ। ਇਸ ਕਰਕੇ ਪ੍ਰਕਰਨ ਵਿੱਚ ਹੀ ਆਪਾਂ
ਸਰਵਣ ਕਰਾਂਗੇ। ਕੱਲ ਨੂੰ ਸਮਾਪਤ ਹੋਵੇਗਾ। ਨਾਲੇ ਪ੍ਰਸੰਗ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ ਲੈਣੀਆਂ ਜੀ। ਸ੍ਰੀ ਪਰਮੇਸ਼ਰ ਅਤ ਦਇਆ, ਜਿਹ ਨਰ ਪ੍ਰਾਪਤ ਨਾਮ। ਬਾਤੈ ਬਕਨੀ ਬਦਨ ਤੇ, ਬਾਤ ਸਰਸ ਬਿਨ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।